ਹੈਲੋ एवरीवन। ਹੁਣ ਅਸੀਂ ਕਰ ਰਹੇ ਹਾਂ ਸਾਡਾ ਬੀਐਡ ਫਸਟ ਈਅਰ ਦਾ ਜੋ ਟੀਚਿੰਗ ਸਬਜੈਕਟ ਹੈ ਟੀਚਿੰਗ ਆਫ ਪੰਜਾਬੀ। ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਣੀ ਲਾਸਟ ਜਿਹੜੀ ਥਰਡ ਯੂਨਿਟ ਉਹ ਸਟਾਰਟ ਹੋ ਚੁੱਕੀ ਹੈ। ਲਾਸਟ ਜਿਹੜੇ ਆਪਾਂ ਲੈਕਚਰ ਕੀਤੇ ਸੀਗੇ ਦੋ, ਉਹਦੇ ਵਿੱਚ ਆਪਾਂ ਟੀਚਿੰਗ ਮੈਥਡ ਕੀਤੇ ਸੀਗੇ ਪੋਇਟਰੀ ਲਈ, ਕਿ ਜਿਹੜੀ ਕਵਿਤਾ ਹੁੰਦੀ ਆ ਉਹਨੂੰ ਪੜ੍ਹਾਉਣ ਲਈ ਅਸੀਂ ਕਿਹੜੇ ਜਿਹੜੇ ਮੈਥਡ ਆ ਉਹ ਯੂਜ਼ ਕਰ ਸਕਦੇ ਹਾਂ, ਕਿਵੇਂ ਅਸੀਂ ਜਿਹੜੀ ਕਵਿਤਾ ਬੱਚਿਆਂ ਨੂੰ ਚੰਗੀ ਤਰ੍ਹਾਂ ਸਿਖਾ ਸਕਦੇ ਹਾਂ। ਤੇ ਅੱਜ ਦੇ ਜਿਹੜੇ ਲੈਕਚਰ ਵਿੱਚ ਆਪਾਂ ਇੱਕ ਟੌਪਿਕ ਸਟਾਰਟ ਕਰਾਂਗੇ, ਮੈਥਡਸ ਆਫ ਟੀਚਿੰਗ ਆਫ ਪ੍ਰੋਜ਼, ਕਿ ਪ੍ਰੋਜ਼ ਨੂੰ ਜਾਂ ਫਿਰ ਗਦ ਨੂੰ ਆਪਾਂ ਕਿਵੇਂ ਪੜ੍ਹਾ ਸਕਦੇ ਹਾਂ, ਇਹਨੂੰ ਕਿਹੜੀਆਂ ਕਿਹੜੀਆਂ ਜਿਹੜੀਆਂ ਵਿਧੀਆਂ ਨੇ ਉਹਨਾਂ ਰਾਹੀਂ ਅਸੀਂ ਪੜ੍ਹਾ ਸਕਦੇ ਹਾਂ। ਦੇਖੋ ਪਿਛਲੇ ਲੈਕਚਰ 'ਚ ਜਿਹੜਾ ਆਪਾਂ ਕਵਿਤਾ ਦਾ ਪੁਆਇੰਟ ਕੀਤਾ ਸੀਗਾ, ਉਹਦੇ ਵਿੱਚ ਸੀਗਾ ਕਿ ਜਿਹੜੀ ਕਵਿਤਾ ਹੁੰਦੀ ਆ ਉਹ ਭਾਵ ਪ੍ਰਧਾਨ ਹੁੰਦੀ ਆ, ਪਰ ਜਿਹੜਾ ਆਪਾਂ ਗਦ ਦੀ ਗੱਲ ਕਰਦੇ ਹਾਂ, ਜਿਹੜਾ ਆਪਾਂ ਪ੍ਰੋਜ਼ ਦੀ ਗੱਲ ਕਰਦੇ ਹਾਂ, ਤਾਂ ਉਹਦੇ ਵਿੱਚ ਕੀ ਹੁੰਦਾ, ਜਿਹੜਾ ਪ੍ਰੋਜ਼ ਹੁੰਦਾ ਗਾ ਜਾਂ ਫਿਰ ਆਪਾਂ ਵਾਰਤਕ ਕਹਿ ਲਈਏ, ਉਹਦੇ ਵਿੱਚ ਕੀ ਹੁੰਦਾ, ਉਹਦੇ ਵਿੱਚ ਵਿਚਾਰਾਂ ਦੀ ਪ੍ਰਧਾਨਤਾ ਹੁੰਦੀ ਆ। ਇਹ ਦੋਨੇ ਸਾਹਿਤ ਦੇ ਜਿਹੜੇ ਨਾ ਵੱਖ-ਵੱਖ ਰੂਪ ਨੇ। ਇੱਥੇ ਵਿਚਾਰਾਂ ਦੀ ਪ੍ਰਧਾਨਤਾ ਹੁੰਦੀ ਹੈ ਤੇ ਕਵਿਤਾ ਵਿੱਚ ਭਾਵਾਂ ਦੀ ਪ੍ਰਧਾਨਤਾ ਹੁੰਦੀ ਹੈ। ਰੂਪਕ ਪੱਖੋਂ ਹੀ ਨਹੀਂ ਬਲਕਿ ਆਪਣੇ ਵਿਸ਼ੇ ਦੇ ਖੇਤਰ ਵਿੱਚ ਉਦੇਸ਼, ਪ੍ਰਭਾਵ ਤੇ ਕਲਾ ਪੱਖੋਂ ਵੀ ਜਿਹੜੇ ਇਹ ਦੋਨੇ ਨੇ, ਪੋਇਟਰੀ ਤੇ ਜਿਹੜੇ ਪ੍ਰੋਜ਼ ਹੈ ਉਹ ਦੋਨੇ ਕੀ ਆ, ਅਲੱਗ-ਅਲੱਗ ਨੇ। ਉਹਨਾਂ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੇ ਉਹ ਵੱਖ-ਵੱਖ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਨੇ, ਵੱਖ-ਵੱਖ ਇਹਨਾਂ ਦੇ ਜਿਹੜੇ ਉਦੇਸ਼ ਨੇ ਉਹ ਸਾਰੀਆਂ ਚੀਜ਼ਾਂ ਪੱਖੋਂ ਅਗਰ ਆਪਾਂ ਦੇਖਿਆ ਜਾਵੇ ਤਾਂ ਪੋਇਟਰੀ ਤੇ ਜਿਹੜਾ ਪ੍ਰੋਜ਼ ਆ ਉਹਦੇ ਵਿੱਚ ਕਾਫੀ ਜਿਹੜੇ ਡਿਫਰੈਂਸਿਸ ਨੇ ਸਾਨੂੰ ਦੇਖਣ ਵਾਸਤੇ ਮਿਲਣਗੇ। ਤੇ ਕਵਿਤਾ ਵਿੱਚ ਜਦੋਂ ਭਾਵ ਪ੍ਰਧਾਨ ਹੁੰਦੇ ਨੇ ਤੇ ਇਹਦੇ ਵਿੱਚ ਜਿਹੜੇ ਵਿਚਾਰ ਪ੍ਰਧਾਨ ਹੁੰਦੇ ਨੇ। ਕਵਿਤਾ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ ਤੇ ਜਿਹੜਾ ਪ੍ਰੋਜ਼ ਹੈ ਉਹਨੂੰ ਅਸੀਂ ਪੜ੍ਹ ਕੇ ਜਿਹੜਾ ਸਮਝ ਸਕਦੇ ਹਾਂ। ਤੇ ਇਸ ਨੂੰ ਦਿਲ ਦੀ ਚੀਜ਼ ਹੁੰਦੀ ਹੈ ਤੇ ਦੂਸਰੀ ਦਿਮਾਗ ਦੀ। ਕਵਿਤਾ ਹੁੰਦੀ ਹੈ ਜਿਹੜੀ ਉਹ ਦਿਲ ਦੀ ਚੀਜ਼ ਕਿਹਾ ਗਿਆ ਤੇ ਜਿਹੜਾ ਪ੍ਰੋਜ਼ ਹੈ ਉਹ ਦਿਮਾਗ ਦੀ ਚੀਜ਼ ਹੁੰਦੀ ਆ। ਉੱਥੇ ਜਿਹੜੀਆਂ ਕਲਪਨਾਵਾਂ ਜ਼ਿਆਦਾ ਹੁੰਦੀਆਂ ਨੇ, ਉੱਥੇ ਜਿਹੜੀਆਂ ਫੀਲਿੰਗਸ ਉਹ ਜ਼ਿਆਦਾ ਹੁੰਦੀਆਂ ਨੇ ਕਵਿਤਾ ਵਿੱਚ, ਤੇ ਪ੍ਰੋਜ਼ ਵਿੱਚ ਕੀ ਹੁੰਦਾ ਗਾ, ਜਿਹੜੇ ਵਿਚਾਰਾਂ ਨੂੰ ਜ਼ਿਆਦਾ ਜਿਹੜੀ ਤਹਿਜੀਬ ਉਹ ਦਿੱਤੀ ਜਾਂਦੀ ਹੈ। ਇਸ ਵਿੱਚ ਪ੍ਰੋਪਰ ਇੱਕ ਦਲੀਲ ਦਿੱਤੀ ਜਾਂਦੀ ਹੈ, ਆਪਦੇ ਵਿਚਾਰਾਂ ਨੂੰ ਇੱਥੇ ਤਰਕਪੂਰਨ ਤਰੀਕੇ ਨਾਲ ਜਿਹੜਾ ਲਿਖਿਆ ਜਾਂਦਾ ਹੈ। ਤੇ ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਜਿਹੜਾ ਗਦ ਹੁੰਦਾ ਗਾ ਜਾਂ ਜਿਹੜਾ ਪ੍ਰੋਜ਼ ਹੁੰਦਾ ਵਾ ਉਹਦੇ ਵਿੱਚ ਕੀ ਆ, ਜਿਹੜਾ ਵਿਚਾਰਾਂ ਦੀ ਜਿਹੜੀ ਜ਼ਿਆਦਾ ਅਹਿਮੀਅਤ ਹੁੰਦੀ ਆ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਪ੍ਰੋਜ਼ ਨੂੰ ਅਸੀਂ ਕਿਵੇਂ ਪੜ੍ਹਾ ਸਕਦੇ ਹਾਂ। ਇਹਦੇ ਵਾਸਤੇ ਸਾਨੂੰ ਕੀ ਕੁਛ ਹੈ ਜਿਹੜਾ ਇਹ ਪਤਾ ਹੋਣਾ ਚਾਹੀਦਾ ਗਾ, ਕਿ ਜਿਹੜੇ ਅਧਿਆਪਕ ਸਿਖਲਾਈ ਰਹਿਤ ਹੁੰਦੇ ਨੇ, ਜਿਹੜੇ ਅਧਿਆਪਕਾਂ ਨੂੰ ਪ੍ਰੋਜ਼ ਦੀ ਜਿਹੜੀ ਸਿੱਖਿਆ ਉਹ ਦੇਣ ਵਿੱਚ ਪ੍ਰੋਪਰ ਸਿਖਲਾਈ ਨਹੀਂ ਹੁੰਦੀ, ਤਾਂ ਉਹ ਕੀ ਆ, ਜਿਹੜਾ ਗਦ ਆ ਉਹਦੀ ਜਿਹੜਾ ਅਰਥ ਹੈ ਉਹ ਬੱਚਿਆਂ ਨੂੰ ਚੰਗੀ ਤਰ੍ਹਾਂ ਨਹੀਂ ਸਮਝਾ ਸਕਦੇ। ਇਸ ਕਰਕੇ ਅਗਰ ਅਸੀਂ ਪ੍ਰੋਜ਼ ਨੂੰ ਚੰਗੇ ਤਰੀਕੇ ਨਾਲ, ਇੱਕ ਸਰਲ ਤੇ ਸੌਖੇ ਤਰੀਕੇ ਨਾਲ ਬੱਚਿਆਂ ਨੂੰ ਸਮਝਾਉਣਾ ਚਾਹੁੰਦੇ ਹਾਂ, ਤਾਂ ਉਹਦੇ ਲਈ ਕੀ ਹੈ, ਅਧਿਆਪਕ ਨੂੰ ਸਿਖਲਾਈ ਦੀ ਜ਼ਰੂਰਤ ਪੈਂਦੀ ਹੈ। ਅਧਿਆਪਕ ਨੂੰ ਉਹਦੇ ਉੱਤੇ ਅਭਿਆਸ ਕਰਨ ਦੀ ਜਿਹੜੀ ਜ਼ਰੂਰਤ ਪੈਂਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਜਦੋਂ ਵੀ ਜਿਹੜਾ ਪ੍ਰੋਜ਼ ਹੁੰਦਾ ਉਹਦੀ ਸਿੱਖਿਆ ਦਿੱਤੀ ਜਾਂਦੀ ਆ, ਤਾਂ ਵਧੇਰੇ ਕਰਕੇ ਉੱਥੇ ਜਿਹੜਾ ਅਰਥ-ਬੋਧ ਵਿਧੀ ਆ, ਸ਼ਬਦਾਂ ਦੇ ਅਰਥ ਦੱਸ ਕੇ ਉਹਨੂੰ ਵਰਤਿਆ ਜਾਂਦਾ ਗਾ। ਕਈ ਵਾਰ ਹੁੰਦਾ ਗਾ ਕਿ ਅਧਿਆਪਕ ਖੁਦ ਆਦਰਸ਼ ਪਾਠ ਕਰ ਰਹੇ ਹੁੰਦੇ ਨੇ, ਆਦਰਸ਼ ਵਾਚਨ ਕਰਦੇ ਕਰਦੇ ਉਹ ਜਿਹੜੇ ਔਖੇ ਸ਼ਬਦ ਹੁੰਦੇ ਨੇ, ਔਖੇ ਸ਼ਬਦਾਂ ਦੇ ਜਿਹੜੇ ਅਰਥ ਹੈ ਉਹ ਦੱਸਦੇ ਨੇ, ਜਾਂ ਫਿਰ ਜਿਹੜੀਆਂ ਔਖੀਆਂ ਲਾਈਨਾਂ ਨੇ ਥੋੜਾ ਘੁਮਾ ਫਿਰਾ ਕੇ ਲਿਖੀਆਂ ਗਈਆਂ ਨੇ ਉਹਦੇ ਜਿਹੜੇ ਅਰਥ ਉਹ ਨਾਲੋਂ ਨਾਲ ਕਰਦੇ ਜਾਂਦੇ ਨੇ। ਜਾਂ ਫਿਰ ਦੂਜਾ ਤਰੀਕਾ ਇਹ ਹੁੰਦਾ ਗਾ ਕਿ ਬਾਰੀ ਸਿਰ ਜਿਹੜੇ ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਕਿਹਾ ਜਾਂਦਾ ਗਾ ਪਾਠ ਕਰਨ ਵਾਸਤੇ, ਤੇ ਅਧਿਆਪਕ ਜਦੋਂ ਵਿਦਿਆਰਥੀ ਪਾਠ ਕਰ ਰਹੇ ਹੁੰਦੇ ਨੇ ਤਾਂ ਉਦੋਂ ਨਾਲ ਦੀ ਨਾਲ ਜਿਹੜੇ ਔਖੇ ਸ਼ਬਦ ਹੁੰਦੇ ਨੇ ਉਹਨਾਂ ਦੇ ਅਰਥ ਅਧਿਆਪਕ ਦੁਆਰਾ ਦੱਸੇ ਜਾਂਦੇ ਨੇ। ਜਾਂ ਫਿਰ ਵਿਦਿਆਰਥੀ ਨੂੰ ਹੀ ਕਿਹਾ ਜਾਂਦਾ ਗਾ ਕਿ ਪੜ੍ਹਦੇ ਪੜ੍ਹਦੇ ਜਿਹੜਾ ਵੀ ਕੋਈ ਔਖਾ ਸ਼ਬਦ ਆਉਂਦਾ ਹੈ ਤਾਂ ਉਹਦਾ ਜਿਹੜਾ ਅਰਥ ਆ ਉਹ ਵੀ ਨਾਲ ਦੇ ਨਾਲ ਕੀਤਾ ਜਾਵੇ। ਜੇਕਰ ਵਿਦਿਆਰਥੀ ਨੂੰ ਉਸ ਚੀਜ਼ ਦੀ ਸਮਝ ਹੁੰਦੀ ਹੈ, ਉਹਨੂੰ ਸ਼ਬਦਾਂ ਦੇ ਜਿਹੜੇ ਅਰਥ ਆ ਉਹਦੇ ਧਿਆਨ ਵਿੱਚ ਹੁੰਦੇ ਨੇ, ਤੇ ਉਹ ਉਹਦੇ ਅਰਥਾਂ ਦੀ ਜਾਣਕਾਰੀ ਨਾਲ ਦੀ ਨਾਲ ਦਿੰਦਾ ਰਹਿੰਦਾ ਹੈ। ਅਦਰਵਾਈਜ਼ ਕੀ ਆ, ਅਗਰ ਵਿਦਿਆਰਥੀ ਨੂੰ ਨਹੀਂ ਪਤਾ ਉਹਨਾਂ ਸ਼ਬਦਾਂ ਦੇ ਅਰਥ, ਤਾਂ ਉਹ ਫਿਰ ਅਧਿਆਪਕ ਦੁਆਰਾ ਦੇ ਦਿੱਤੇ ਜਾਂਦੇ ਨੇ। ਤਾਂ ਸਭ ਤੋਂ ਵਧੇਰੇ ਜਿਹੜੀ ਵਿਧੀ ਹੈ ਇਹ ਕੀ ਆ, ਜਿਹੜੀ ਗਦ ਨੂੰ ਪੜ੍ਹਾਉਣ ਵਾਸਤੇ ਕੀਤੀ ਜਾਂਦੀ ਹੈ। ਤਾਂ ਗਦ ਨੂੰ ਪੜ੍ਹਾਉਣ ਵਾਸਤੇ ਸਾਰਿਆਂ ਤੋਂ ਜ਼ਿਆਦਾ ਜਿਹੜਾ ਇਸੇ ਵਿਧੀ ਦੀ ਵਰਤੋਂ ਹੈ ਜਿਹੜੀ ਉਹ ਕੀਤੀ ਜਾਂਦੀ ਆ। ਤੇ ਗਦ ਸਿੱਖਿਆ ਇਹ ਪ੍ਰਣਾਲੀ ਪੂਰਨ ਰੂਪ ਵਿੱਚ ਕਹਿ ਸਕਦੇ ਹਾਂ ਕਿ ਉਹ ਮਨੋਵਿਗਿਆਨਿਕ ਨਹੀਂ ਹੈਗੀ। ਇਹਦੇ ਵਿੱਚ ਕਈ ਜਿਹੜੇ ਦੋਸ਼ ਆ ਉਹ ਜਿਹੜੇ ਸਾਡੇ ਸਿੱਖਿਆ ਸ਼ਾਸਤਰੀ ਨੇ, ਜਿਹੜੇ ਸਾਡੇ ਵਿਦਵਾਨ, ਉਹਨਾਂ ਨੇ ਦੱਸਿਆ ਕਿ ਇਹਦੇ ਵਿੱਚ ਕਈ ਤਰੀਕੇ ਦੇ ਦੋਸ਼ ਆ। ਇਹ ਇੱਕ ਬੋਰਿੰਗ ਲੱਗਦੀ ਹੈ ਕਿ ਇਹਦੇ ਵਿੱਚ
ਜਿਹੜਾ ਪਾਰਟਿਸਿਪੇਟ ਹੈ ਉਹ ਨਾ ਟੀਚਰ ਦਾ ਜ਼ਿਆਦਾ ਹੁੰਦਾ। ਇਹ ਟੀਚਰ ਸੈਂਟਰਡ ਵਿਧੀ ਹੈ, ਕਿਉਂਕਿ ਜਿਹੜਾ ਜ਼ਿਆਦਾ ਕੰਮ ਹੈ ਉਹ ਟੀਚਰ ਦਾ ਹੁੰਦਾ ਗਾ। ਆਦਰਸ਼ ਵਾਚਨ ਕਰਕੇ ਅਗਰ ਖੁਦ ਅਰਥ ਦੱਸ ਰਹੇ ਆ ਤਾਂ ਉਹਦੇ ਵਿੱਚ ਜਿਹੜਾ 100% ਜਿਹੜਾ ਉੱਥੇ ਕੰਮ ਹੈ ਟੀਚਰ ਕਰ ਰਿਹਾ। ਅਗਰ ਉਹ ਵਿਦਿਆਰਥੀਆਂ ਤੋਂ ਵਾਚਨ ਕਰਵਾ ਵੀ ਰਹੇ ਆ ਤਾਂ ਉੱਥੇ ਸਿਰਫ ਇੱਕ ਵਿਦਿਆਰਥੀ ਵਾਚਨ ਕਰ ਰਿਹਾ ਤੇ ਬਾਕੀ ਉਹਨੂੰ ਸੁਣ ਰਹੇ ਆ। ਹੁਣ ਇੱਥੇ ਇਹ ਨਹੀਂ ਹੁੰਦਾ ਕਿ ਐਕਚੁਅਲ 'ਚ ਸਾਰੇ ਸੁਣ ਰਹੇ ਆ। ਕਈ ਬੱਚੇ ਸਿਰਫ ਕਿਤਾਬ ਜਿਹੜੀ ਬੁੱਕ ਹੈ ਉਹਦੇ ਵਿੱਚ ਨਿਗਾਹ ਗੱਡੀ ਰੱਖਦੇ ਨੇ, ਪਰ ਜਿਹੜਾ ਉਹਨਾਂ ਦੇ ਦਿਮਾਗ ਵਿੱਚ ਕੁਝ ਹੋਰ ਚੱਲਦਾ ਰਹਿੰਦਾ, ਉਹਨਾਂ ਦਾ ਧਿਆਨ ਕਈ ਵਾਰੀ ਕਲਾਸ 'ਚ ਹੁੰਦਾ ਹੀ ਨਹੀਂ। ਤਾਂ ਇਸ ਕਰਕੇ ਕਹਿ ਸਕਦੇ ਹਾਂ ਕਿ ਇਹ ਮਨੋਵਿਗਿਆਨਿਕ ਵਿਧੀ ਨਹੀਂ ਕਹੀ ਜਾ ਸਕਦੀ ਪੂਰਨ ਤੌਰ ਤੇ ਕਿ ਵਿਦਿਆਰਥੀਆਂ ਨੂੰ ਜਿਹੜੀ ਇਸ ਵਿਧੀ ਨਾਲ ਅਗਰ ਆਪਾਂ ਗਦ ਦੀ ਸਿੱਖਿਆ ਦੇਣੀ ਹੈ ਜਾਂ ਫਿਰ ਆਪਾਂ ਪ੍ਰੋਜ਼ ਦੀ ਕਹਿ ਲਈਏ ਸਿੱਖਿਆ ਦੇਣੀ ਆ ਤਾਂ ਜਿਹੜੀ ਲਾਹੇਵੰਦ ਸਿੱਧ ਹੋ ਸਕਦੀ ਆ। ਹੁਣ ਆਪਾਂ ਗੱਲ ਕਰਦੇ ਹਾਂ ਸਟੈਪਸ ਦੀ ਕਿ ਕਿਹੜੇ ਸਟੈਪ ਰਾਹੀਂ ਅਸੀਂ ਜਿਹੜੀ ਗਦ ਦੀ ਸਿੱਖਿਆ ਉਹ ਬੱਚਿਆਂ ਨੂੰ ਦੇ ਸਕਦੇ ਹਾਂ, ਪ੍ਰੋਜ਼ ਦੀ ਜਿਹੜੀ ਸਿੱਖਿਆ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ। ਆਪਾਂ ਗੱਲ ਕਰਾਂਗੇ ਸਟੈਪਸ ਦੀ। ਸਟੈਪਸ ਕਾਹਦੇ ਹੋਣਗੇ ਆਪਣੇ? ਸਟੈਪਸ ਜਿਹੜੇ ਹੈਗੇ ਨੇ ਉਹ ਮੈਥਡਸ ਆਫ ਟੀਚਿੰਗ ਆਫ ਪ੍ਰੋਜ਼। ਆਪਾਂ ਟੀਚਿੰਗ ਆਫ ਪ੍ਰੋਜ਼ ਦੇ ਇੱਥੇ ਜਿਹੜੇ ਨੇ ਸਟੈਪ ਕਰਾਂਗੇ ਕਿ ਕਿਵੇਂ ਆਪਾਂ ਸਟੈਪ ਬਾਈ ਸਟੈਪ ਜਿਹੜੀ ਇੱਕ ਚੰਗੇ ਤਰੀਕੇ ਨਾਲ ਬੱਚਿਆਂ ਨੂੰ ਸਿੱਖਿਆ ਦੇ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਪੂਰਵ ਗਿਆਨ। ਪੂਰਵ ਗਿਆਨ ਦਾ ਮਤਲਬ ਹੁੰਦਾ ਗਾ ਪ੍ਰੀ ਨੌਲੇਜ, ਕਿ ਬੱਚਿਆਂ ਨੂੰ ਜੋ ਅਸੀਂ ਟੌਪਿਕ ਪੜ੍ਹਾ ਰਹੇ ਹਾਂ, ਜਿਹੜਾ ਵੀ ਅਸੀਂ ਵਿਸ਼ਾ ਵਸਤੂ ਬੱਚਿਆਂ ਨੂੰ ਅਰਥ ਉਹਦੇ ਸਮਝਾ ਰਹੇ ਹਾਂ, ਬੱਚਿਆਂ ਨੂੰ ਜਿਸ ਚੀਜ਼ ਦੀ ਜਾਣਕਾਰੀ ਦੇਣੀ ਆ, ਸਾਨੂੰ ਉਹਦਾ ਥੋੜਾ ਬੱਚਿਆਂ ਦਾ ਪੂਰਵ ਗਿਆਨ ਹੈ ਜਿਹੜਾ ਉਹ ਚੈੱਕ ਕਰ ਲੈਣਾ ਚਾਹੀਦਾ ਗਾ। ਜਿਵੇਂ ਆਪਾਂ ਮਾਈਕਰੋ ਲੈਸਨ ਵੇਲੇ ਆਪਾਂ ਪੀਕੇ ਟੈਸਟਿੰਗ ਬੋਲਦੇ ਹਾਂ ਕਿ ਜਿਹੜੀ ਪ੍ਰੀਵੀਅਸ ਨੌਲੇਜ ਉਹ ਅਸੀਂ ਜਿਹੜੀ ਚੈੱਕ ਕਰਨੀ ਉਹ ਬੱਚਿਆਂ ਦੀ ਕਰ ਲੈਣੀ ਚਾਹੀਦੀ ਹੈ। ਜਦੋਂ ਆਪਾਂ ਮੂਲ ਪਾਠ ਸ਼ੁਰੂ ਕਰਨਾ, ਬੱਚਿਆਂ ਨੂੰ ਕੋਈ ਜਿਹੜਾ ਵਿਸ਼ਾ ਵਸਤੂ ਪੜ੍ਹਾਉਣਾ ਗਾ, ਆਪਾਂ ਉਹਦੀ ਜਾਣਕਾਰੀ ਦੇਣੀ ਆ, ਡਾਇਰੈਕਟ ਉਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਉਹਦੇ ਨਾਲ ਰਲਦੀ ਮਿਲਦੀ ਜਿਹੜੀ ਜਾਣਕਾਰੀ ਹੈ ਬੱਚਿਆਂ ਤੋਂ ਲੈ ਲੈਣੀ ਚਾਹੀਦੀ ਆ। ਬੱਚਿਆਂ ਨੂੰ ਪੁੱਛੇ ਕਿ ਜਿਹੜੇ ਕੁਐਸਚਨ ਨੇ ਉਹਨੂੰ ਕਰ ਲੈਣੇ ਚਾਹੀਦੇ ਆ। ਆਪਾਂ ਇੱਥੇ ਗੱਲ ਕਰਦੇ ਹਾਂ ਉਦਾਹਰਣ ਦੇ ਤੌਰ ਤੇ ਕਿ ਆਪਾਂ ਪਿਆਸਾ ਕਾਂ ਜਿਹੜੀ ਉਹ ਆ ਸਟੋਰੀ ਕਰ ਰਹੇ ਹਾਂ। ਚਲੋ ਆਪਾਂ ਇੱਕ ਛੋਟਾ ਜਿਹਾ ਐਗਜ਼ਾਮਪਲ ਲੈਂਦੇ ਹਾਂ ਕਿ ਪਿਆਸੇ ਕਾਂ ਦੀ ਇੱਕ ਆਪਾਂ ਬੱਚਿਆਂ ਨੂੰ ਕਹਾਣੀ ਦੱਸਣੀ ਆ, ਤਾਂ ਉਹਦੇ ਵਿੱਚ ਕੀ ਆਪਾਂ ਪਹਿਲਾਂ ਥੋੜੇ ਜਿਹਾ ਬੱਚੇ ਤੋਂ ਆਈਡੀਆ ਲੈ ਲੈਂਦੇ ਹਾਂ ਕਿ ਉਹਨਾਂ ਨੂੰ ਕਿੰਨੀ ਇਸ ਬਾਰੇ ਜਾਣਕਾਰੀ ਹੈ, ਤੇ ਫਿਰ ਉਸੇ ਹੀ ਆਧਾਰ ਤੇ ਆਪਾਂ ਕੀ ਕਰਦੇ ਹਾਂ, ਆਪਾਂ ਜਿਹੜੀ ਨਵੀਂ ਜਾਣਕਾਰੀ ਉਹ ਬੱਚਿਆਂ ਨੂੰ ਦਿੰਦੇ ਹਾਂ। ਜਿਹੜੀ ਜਾਣਕਾਰੀ ਬੱਚੇ ਨੂੰ ਨਹੀਂ ਹੈਗੀ ਉਹ ਜਿਹੜੀ ਜਾਣਕਾਰੀ ਆਪਾਂ ਬੱਚਿਆਂ ਤੱਕ ਪਹੁੰਚਾਉਂਦੇ ਆ, ਤੇ ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਉਹ ਜਿਹੜਾ ਵਿਦਿਆਰਥੀਆਂ ਦਾ ਪੂਰਵ ਗਿਆਨ ਹੈ ਉਹ ਚੰਗੀ ਤਰ੍ਹਾਂ ਚੈੱਕ ਕਰ ਲਏ। ਉਹਨਾਂ ਵਾਸਤੇ ਕੋਈ 5-7 ਕੁਐਸਚਨ ਨੇ ਜਿਹੜੇ ਉਹ ਪੁੱਛੇ ਜਾਣ। ਕਈ ਵਾਰ ਕੀ ਹੁੰਦਾ ਕਿ ਕਲਾਸ ਵਿੱਚ ਨਾ ਕਈ ਵਿਦਿਆਰਥੀ ਜਿਹੜੇ ਜ਼ਿਆਦਾ ਐਕਟਿਵ ਹੁੰਦੇ ਨੇ ਔਰ ਕਈ ਵਿਦਿਆਰਥੀ ਕੁਝ ਜ਼ਿਆਦਾ ਸੰਗਾਊ ਹੁੰਦੇ ਨੇ। ਇਸ ਕਰਕੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜਦੋਂ ਆਪਾਂ ਪ੍ਰੀਵੀਅਸ ਨੌਲੇਜ ਚੈੱਕ ਕਰ ਰਹੇ ਹਾਂ ਤਾਂ ਪੂਰਵ ਗਿਆਨ ਚੈੱਕ ਕਰ ਰਹੇ ਹਾਂ ਤਾਂ ਉਹਦੇ ਵਿੱਚ ਹਰ ਇੱਕ ਬੱਚੇ ਦਾ ਧਿਆਨ ਰੱਖਿਆ ਜਾਵੇ, ਕਿਉਂਕਿ ਜਿਹੜੇ ਬੱਚੇ ਜ਼ਿਆਦਾ ਐਕਟਿਵ ਹੁੰਦੇ ਨੇ, ਜਿਹੜੇ ਜਾਂ ਫਿਰ ਜ਼ਿਆਦਾ ਹੁਸ਼ਿਆਰ ਬੱਚੇ ਹੁੰਦੇ ਨੇ, ਉਹਨਾਂ ਦੀ ਜਿਹੜੀ ਜਾਣਕਾਰੀ ਹੁੰਦੀ ਉਹ ਬਾਕੀ ਬੱਚਿਆਂ ਨਾਲੋਂ ਥੋੜੀ ਜਿਹੀ ਵੱਧ ਹੁੰਦੀ ਹੈ। ਉਹਨਾਂ ਦਾ IQ ਲੈਵਲ ਜ਼ਿਆਦਾ ਹੋਣ ਕਰਕੇ ਤੇ ਉਹ ਬੜੀ ਈਜ਼ੀਲੀ ਜਿਹੜੇ ਸਵਾਲਾਂ ਦੇ ਜਵਾਬ ਦੇ ਸਕਦੇ ਹਨ। ਪਰ ਅਧਿਆਪਕ ਦਾ ਫਰਜ਼ ਬਣਦਾ ਕਿ ਉਹ ਹਰ ਇੱਕ ਵਿਦਿਆਰਥੀ ਉੱਤੇ ਧਿਆਨ ਦੇਵੇ। ਜੋ ਵਿਦਿਆਰਥੀ ਕਿਸੇ ਵਜ੍ਹਾ ਕਾਰਨ, ਖਾਸ ਕਰਕੇ ਬੱਚਿਆਂ ਨੂੰ ਨਾ ਥੋੜੀ ਜਿਹੜਾ ਸੰਗਾਊ ਜਿਨ੍ਹਾਂ ਦਾ ਨੇਚਰ ਹੁੰਦਾ ਗਾ ਤੇ ਉਹ ਬੱਚਿਆਂ ਦੀ ਆਦਤ ਨਹੀਂ ਹੁੰਦੀ ਕਲਾਸ ਵਿੱਚ ਆਪਣੇ ਆਪ ਜਿਹੜਾ ਐਕਟਿਵ ਰਹਿਣ ਦੀ, ਉਹ ਐਕਟਿਵ ਰਹਿਣਾ ਚਾਹੁੰਦੇ ਨੇ ਪਰ ਆਪਣਾ ਜਿਹੜਾ ਸੰਗਾਊ ਨੇਚਰ ਹੈ, ਸੰਗਾਊ ਜਿਹੜਾ ਉਹਨਾਂ ਦਾ ਵਿਵਹਾਰ ਹੈ, ਉਹਦੇ ਕਰਕੇ ਨਾ ਉਹ ਐਕਟਿਵ ਹੋਣ 'ਚ ਥੋੜਾ ਕਤਰਾਉਂਦੇ ਨੇ। ਇਸ ਕਰਕੇ ਅਧਿਆਪਕ ਦਾ ਹੀ ਫਰਜ਼ ਹੈ ਕਿ ਉਹ ਉਹਨਾਂ ਬੱਚਿਆਂ ਤੋਂ ਵੀ ਜਿਹੜੇ ਕੁਐਸਚਨ ਨੇ ਉਹ ਪੁੱਛ ਸਕਣ ਤਾਂ ਕਿ ਜਿਹੜੇ ਵਿਦਿਆਰਥੀ ਨੇ ਤਾਂ ਉਹਨਾਂ ਦੇ ਪੂਰਵ ਗਿਆਨ ਦਾ ਪਤਾ ਲੱਗ ਸਕੇ ਔਰ ਜਿਹੜਾ ਅਸੀਂ ਉਹਨਾਂ ਨੂੰ ਵਿਸ਼ਾ ਵਸਤੂ ਸਮਝਾਉਣਾ ਗਾ, ਜਿਹੜੇ ਅਸੀਂ ਪ੍ਰੋਜ਼ ਦੀ ਉਹਨੂੰ ਸਿੱਖਿਆ ਦੇਣੀ ਆ ਤੇ ਅਸੀਂ ਉਹਨੂੰ ਆਰਾਮ ਨਾਲ ਤੇ ਸਰਲ ਤਰੀਕੇ ਨਾਲ ਜਿਹੜੀ ਦੇ ਸਕੀਏ। ਤੇ ਇਸ ਕਰਕੇ ਜਿਹੜਾ ਇੰਟਰੋਡਕਸ਼ਨ ਹੈਗੀ ਆ ਆਪਾਂ ਟੌਪਿਕ ਦੀ ਕਰਵਾਉਣੀ, ਉਹਦੀ ਪ੍ਰਸਤਾਵਨਾ ਦੇਣੀ ਆ, ਤਾਂ ਉਹ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਕੀ ਆ ਯੋਗਦਾਨ ਪਾਉਂਦਾ ਗਾ ਉਹਨੂੰ ਸੌਖੇ ਤਰੀਕੇ ਨਾਲ ਪ੍ਰਸਤੁਤ ਕਰਨ ਵਾਸਤੇ। ਅੱਗੇ ਆਪਾਂ ਗੱਲ ਕਰ ਰਹੇ ਹਾਂ ਜਿਹੜਾ ਆਪਣਾ ਸੈਕਿੰਡ ਪੁਆਇੰਟ ਹੈ, ਉਹਦਾ ਸੈਕਿੰਡ ਪੁਆਇੰਟ 'ਚ ਆਪਾਂ ਗੱਲ ਕਰਦੇ ਹਾਂ ਪ੍ਰਸਤਾਵਨਾ ਜਾਂ ਫਿਰ ਜਾਣ ਪਹਿਚਾਣ। ਪ੍ਰਸਤਾਵਨਾ ਜਾਂ ਜਾਣ ਪਹਿਚਾਣ।
ਹੁਣ ਇੱਥੇ ਜਾਣ ਪਹਿਚਾਣ ਕਾਹਦੀ ਕਰਵਾਉਣੀ ਆਪਾਂ ਨੇ, ਆਪਾਂ ਆਉਣਾ ਨੇ ਇੱਥੇ ਮੂਲ ਪਾਠ ਤੇ ਕਿ ਜੋ ਪਾਠ ਆਪਾਂ ਜੋ ਗਤ ਆਪਾਂ ਬੱਚੇ ਨੂੰ ਪੜ੍ਹਾ ਰਹੇ ਹਾਂ, ਪ੍ਰੀਵੀਅਸ ਨੌਲੇਜ ਪੂਰਵ ਗਿਆਨ ਚੈੱਕ ਕਰਨ ਤੋਂ ਪਹਿਲਾਂ ਆਪਾਂ ਫਿਰ ਉਹਦੀ ਕੀ ਕਰਾਂਗੇ, ਇੰਟਰੋਡਕਸ਼ਨ ਦੇਵਾਂਗੇ। ਆਪਾਂ ਉਸ ਜਿਹੜਾ ਵੀ ਟੌਪਿਕ ਆਪਾਂ ਕਰਵਾ ਰਹੇ ਹਾਂ ਜਾਂ ਵਿਸ਼ੇ ਵਸਤੂ ਕਰਵਾ ਰਹੇ ਹਾਂ, ਆਪਾਂ ਹੌਲੀ ਹੌਲੀ ਬੱਚਿਆਂ ਨੂੰ ਉਹਦੇ ਬਾਰੇ ਦੱਸਾਂਗੇ ਕਿ ਅੱਜ ਤੁਹਾਨੂੰ ਅਸੀਂ ਕੀ ਜਿਹੜਾ ਟੌਪਿਕ ਉਹ ਕਰਵਾਉਣ ਜਾ ਰਹੇ ਹਾਂ, ਇਸ ਟੌਪਿਕ ਵਿੱਚ ਸਾਨੂੰ ਕੀ ਜਿਹੜਾ ਸੰਦੇਸ਼ ਆ ਉਹ ਮਿਲ ਰਿਹਾ ਗਾ ਔਰ ਇਹ ਸੰਦੇਸ਼ ਸਾਡੇ ਲਈ ਕਿਵੇਂ ਜਿਹੜਾ ਜ਼ਰੂਰੀ ਹੈ। ਇਸ ਕਰਕੇ ਬੱਚਿਆਂ ਨੂੰ ਜਦੋਂ ਚੰਗੀ ਤਰੀਕੇ ਨਾਲ ਉਹਦੀ ਜਾਣ ਪਹਿਚਾਣ ਜਾਂ ਉਹਦੀ ਇੰਟਰੋਡਕਸ਼ਨ ਦਿੱਤੀ ਜਾਂਦੀ ਹੈ ਤਾਂ ਜਿਹੜੀ ਪਾਠ ਦੀ ਸਫਲਤਾ ਹੈ ਉਹ ਇਸੇ ਗੱਲ ਤੇ ਨਿਰਭਰ ਕਰਦੀ ਹੈ ਕਿ ਜੇ ਅਧਿਆਪਕ ਪ੍ਰਸਤਾਵਨਾ ਉਹ ਕਿਹੋ ਜਿਹੇ ਤਰੀਕੇ ਨਾਲ ਦੇ ਰਿਹਾ। ਅਗਰ ਅਧਿਆਪਕ ਨੇ ਜਿਹੜੀ ਪ੍ਰਸਤਾਵਨਾ ਹੈ, ਜਿਹੜੀ ਉਹਦੀ ਵਿਸ਼ੇ ਵਸਤੂ ਦੀ ਜਾਣ ਪਹਿਚਾਣ ਉਹ ਇੱਕ ਚੰਗੇ ਤਰੀਕੇ ਨਾਲ ਦਿੱਤੀ ਆ ਤਾਂ ਬੱਚਿਆਂ ਨੂੰ ਇੱਕ ਜਿਹੜਾ ਈਜ਼ੀਲੀ ਉਹ ਚੀਜ਼ਾਂ ਸਮਝ ਆ ਜਾਣਗੀਆਂ, ਵਧੀਆ ਤਰੀਕੇ ਨਾਲ ਜਿਹੜਾ ਬੱਚਾ ਉਹ ਚੀਜ਼ਾਂ ਨੂੰ ਜਾਂ ਫਿਰ ਉਸ ਵਿਸ਼ੇ ਵਸਤੂ ਨੂੰ ਸਮਝ ਲਊਗਾ, ਜਿਹੜਾ ਕਿ ਆਪਾਂ ਕਹਿ ਸਕਦੇ ਹਾਂ ਕਿ ਪਾਠ ਦੀ ਸਫਲਤਾ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਲਈ ਅਧਿਆਪਕ ਨੂੰ ਜਿਹੜਾ ਨਵਾਂ ਗਿਆਨ ਆ ਉਹਨੂੰ ਜਿਹੜਾ ਪੁਰਾਣਾ ਗਿਆਨ ਆ, ਜਿਹੜਾ ਬੱਚਿਆਂ ਦਾ ਪੂਰਵ ਗਿਆਨ ਆ ਉਹਦੇ ਨਾਲ ਹਮੇਸ਼ਾ ਜੋੜ ਕੇ ਕਰਨਾ ਚਾਹੀਦਾ ਹੈ। ਉਹਦੇ ਆਧਾਰ ਉੱਤੇ ਹੀ, ਪੂਰਵ ਗਿਆਨ ਦੇ ਆਧਾਰ ਉੱਤੇ ਹੀ ਉਹਨੂੰ ਨਵੇਂ ਗਿਆਨ ਦੀ ਜਿਹੜੀ ਪ੍ਰਾਪਤੀ ਅੱਗੇ ਜਾਂ ਫਿਰ ਨਵਾਂ ਗਿਆਨ ਦੀ ਜਿਹੜੀ ਸ਼ੁਰੂਆਤ ਉਹ ਕਰਨੀ ਚਾਹੀਦੀ ਹੈ, ਕਿਉਂਕਿ ਜਦੋਂ ਤੱਕ ਆਪਾਂ ਉਹਨਾਂ ਦਾ ਪੂਰਵ ਗਿਆਨ ਨਹੀਂ ਦੇਖਾਂਗੇ। ਹੁਣ ਆਪਾਂ ਗੱਲ ਕਰਦੇ ਹਾਂ, ਅਗਰ ਅਸੀਂ ਬੱਚਿਆਂ ਨੂੰ ਮਾਤਰਾ ਸਿਖਾ ਰਹੇ ਹਾਂ ਤਾਂ ਪਹਿਲਾਂ ਸਾਨੂੰ ਇਹ ਚੈੱਕ ਕਰਨਾ ਪਊਗਾ ਕਿ ਬੱਚਿਆਂ ਦੀ ਜਿਹੜੀ ਵਰਣਮਾਲਾ ਉਹ ਬੱਚੇ ਨੂੰ ਚੰਗੀ ਤਰ੍ਹਾਂ ਆਉਂਦੀ ਵੀ ਹੈ ਜਾਂ ਨਹੀਂ। ਇਸ ਕਰਕੇ ਬੱਚਿਆਂ ਨੂੰ ਪਹਿਲਾਂ ਮਾਤਰਾਵਾਂ ਸਿਖਾਉਣ ਵਾਸਤੇ ਤੇ ਸੌਰੀ ਬੱਚਿਆਂ ਨੂੰ ਵਰਣਮਾਲਾ ਦੀ ਜਿਹੜੀ ਜਾਣਕਾਰੀ ਉਹ ਚੈੱਕ ਕਰਨੀ ਬਹੁਤ ਜ਼ਰੂਰੀ ਹੈ। ਅਗਰ ਅਸੀਂ ਬੱਚਿਆਂ ਦੀ ਵਰਣਮਾਲਾ ਬੱਚਿਆਂ ਨੂੰ ਨਹੀਂ ਧਿਆਨ ਵਿੱਚ ਹੈਗੀ, ਨਹੀਂ ਚੰਗੀ ਤਰ੍ਹਾਂ ਆਉਂਦੀ, ਆਪਾਂ ਸਿੱਧਾ ਉਹਨੂੰ ਮਾਤਰਾਵਾਂ ਸਿਖਾ ਰਹੇ ਹਾਂ ਤਾਂ ਮੇਬੀ ਬੱਚਿਆਂ ਨੂੰ ਇੱਥੇ ਬਹੁਤ ਜ਼ਿਆਦਾ ਕੀ ਹੈ ਦਿੱਕਤ ਹੋ ਸਕਦੀ ਹੈ। ਇਸ ਕਰਕੇ ਅਧਿਆਪਕ ਦਾ ਫਰਜ਼ ਬਣਦਾ ਹੈ ਕਿ ਜੋ ਨਵਾਂ ਗਿਆਨ ਅਧਿਆਪਕ ਨੇ ਬੱਚਿਆਂ ਨੂੰ ਦੇਣਾ ਗਾ ਉਹਦੇ ਕੀ ਆ ਪੂਰਵ ਗਿਆਨ ਦੇ ਆਧਾਰ ਦੇ ਉੱਤੇ ਹੀ ਉਹਨਾਂ ਨੂੰ ਨਵਾਂ ਗਿਆਨ ਜਿਹੜਾ ਉਹ ਦਿੱਤਾ ਜਾਵੇ। ਤੇ ਇਸ ਕਾਰਨ ਕੀ ਆ ਜਿਹੜੇ ਅਧਿਆਪਕ ਬੱਚਿਆਂ ਨੂੰ ਕੁਝ ਆਰੰਭ ਵਿੱਚ ਪ੍ਰਸ਼ਨ ਕਰਦਾ ਤਾਂ ਉਸ ਪ੍ਰਸ਼ਨ ਦੇ ਉੱਤਰ ਹੈ ਜਿਹੜੇ ਉਹ ਚੰਗੀ ਤਰੀਕੇ ਨਾਲ ਜਾਣ ਲੈਣੇ ਚਾਹੀਦੇ ਨੇ, ਜਾਂ ਫਿਰ ਕੁਝ ਜਿਹੜੇ ਪ੍ਰਸਤਾਵਨਾ ਹੈ, ਰੋਚਕ ਜਿਹੜੀ ਸਮੱਸਿਆ ਹੈਗੀ ਆ, ਪ੍ਰਸਤਾਵਨਾ ਦੀ ਸਮੱਸਿਆ ਲਗਾ ਲਓ ਜਾਂ ਫਿਰ ਉਹ ਵਿਸ਼ੇ ਵਸਤੂ ਦੀ ਜਿਹੜੀ ਕੋਈ ਸਮੱਸਿਆ ਹੈ ਉਹ ਥੋੜੀ ਜਿਹੀ ਬੱਚਿਆਂ ਅੱਗੇ ਜਿਹੜੀ ਪ੍ਰਸਤੁਤ ਕੀਤੀ ਜਾਵੇ ਤਾਂ ਜੋ ਬੱਚੇ ਉਸ ਜਿਹੜੀ ਪ੍ਰੋਬਲਮ ਹੈ, ਜਿਹੜੀ ਸਮੱਸਿਆ ਉਹਦਾ ਹੱਲ ਲੱਭਣ ਦੀ ਕੋਸ਼ਿਸ਼ ਕਰਨ ਤੇ ਜਿਹਦਾ ਸੰਬੰਧ ਨਵੇਂ ਪਾਠ ਨਾਲ ਹੋਵੇ। ਤਾਂ ਇਸ ਕਰਕੇ ਅਸੀਂ ਬੱਚਿਆਂ ਨੂੰ ਇਹੋ ਜਿਹੀ ਸਮੱਸਿਆ ਬਾਰੇ ਪੁੱਛ ਸਕਦੇ ਹਾਂ ਜਿਹਦਾ ਸੰਬੰਧ ਨਵੇਂ ਗਿਆਨ ਨਾਲ ਹੈ ਤੇ ਅਸੀਂ ਉਸੇ ਗਿਆਨ ਦੇ ਆਧਾਰ ਤੇ ਬੱਚਿਆਂ ਨੂੰ ਜਿਹੜੀ ਨੌਲੇਜ ਆ ਉਹ ਦੇ ਸਕਦੇ ਹਾਂ। ਤਾਂ ਇਹ ਕਾਰਜ ਜਿਹੜੇ ਕਿਹੜੀਆਂ ਵਿਧੀਆਂ ਨਾਲ ਹੋ ਸਕਦਾ, ਪ੍ਰਸਤਾਵਨਾ ਜਾਂ ਜਾਣ ਪਹਿਚਾਣ ਨੂੰ ਸਹੀ ਤਰੀਕੇ ਨਾਲ ਕਰਵਾਉਣ ਵਾਸਤੇ ਆਪਾਂ ਕਹਿ ਸਕਦੇ ਹਾਂ ਕਿ ਕਿਹੜੀ ਵਿਧੀਆਂ ਦਾ ਜਿਹੜਾ ਅਸੀਂ ਯੂਜ਼ ਕਰ ਸਕਦੇ ਹਾਂ ਜਾਂ ਕਿਹੜੀਆਂ ਵਿਧੀਆਂ ਦਾ ਪ੍ਰਯੋਗ ਅਸੀਂ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰ ਸਕਦੇ ਹਾਂ ਲੇਖਕ ਦੇ ਸੰਬੰਧ ਵਿੱਚ ਕੁਝ ਕਥਨ ਦਾ ਪੁੱਛ ਕੇ। ਲੇਖਕ ਦੇ ਸੰਬੰਧ ਵਿੱਚ ਕਥਨ ਕਿ ਲੇਖਕ ਦੇ ਸੰਬੰਧ ਵਿੱਚ ਆਪਾਂ ਕੁਝ ਗੱਲਾਂ ਪੁੱਛ ਸਕਦੇ ਹਾਂ। ਆਪਾਂ ਕਿਹੜੇ ਲੇਖਕ ਨੇ ਲਿਖਿਆ ਹੋਇਆ, ਕੀ ਸੰਦੇਸ਼ਾ ਦੇਣਾ ਚਾਹੁੰਦਾ ਲੇਖਕ ਨੇ, ਇਹਦੇ ਵਿੱਚ ਮਤਲਬ ਕਿਹੋ ਜਿਹੀ ਜਿਹੜੀ ਭਾਸ਼ਾ ਵਰਤੀ ਹੈ ਇਹ। ਅੱਗੇ ਆਪਾਂ ਕਹਿ ਸਕਦੇ ਹਾਂ ਕਿ ਸਮੱਸਿਆ ਪੈਦਾ ਕਰਕੇ, ਸਮੱਸਿਆ ਉਤਪੰਨ ਕਰਕੇ ਜਾਂ ਫਿਰ ਸਮੱਸਿਆ ਪੈਦਾ ਕਰਕੇ ਅਸੀਂ ਉਸ ਚੀਜ਼ ਨੂੰ ਸਮਝ ਸਕਦੇ ਹਾਂ ਕਿ ਕਿਸ ਤਰੀਕੇ ਨਾਲ ਬੱਚਿਆਂ ਨੂੰ ਜਿਹੜਾ ਗਿਆਨ ਆ, ਨਵਾਂ ਗਿਆਨ ਅਸੀਂ ਪ੍ਰੋਵਾਈਡ ਕਰਨਾ ਪੂਰਵ ਕਥਾ ਦੇ ਮਾਧਿਅਮ ਨਾਲ, ਪੂਰਵ ਗਿਆਨ ਜਾਂ ਫਿਰ ਪੂਰਵ ਕਥਾ ਦੇ ਮਾਧਿਅਮ ਨਾਲ। ਪੂਰਵ ਕਥਾ ਦੇ ਮਾਧਿਅਮ ਨਾਲ ਅਸੀਂ ਜਿਹੜਾ ਉਹਦਾ ਨਵਾਂ ਗਿਆਨ ਉਹ ਬੱਚਿਆਂ ਨੂੰ ਪੁਰਾਣੇ ਗਿਆਨ ਦੇ ਆਧਾਰ ਤੇ ਦੇ ਸਕਦੇ ਨੇ, ਪ੍ਰਸ਼ਨ ਉੱਤਰ ਮਾਧਿਅਮ ਰਾਹੀਂ ਜਾਂ ਫਿਰ ਸਹਾਇਕ ਸਾਮਗਰੀ ਮਾਧਿਅਮ ਰਾਹੀਂ। ਇਹਦੇ ਵਿੱਚ ਆਉਂਦਾ ਕਰਕੇ ਪ੍ਰਸ਼ਨ ਉੱਤਰ ਮਾਧਿਅਮ ਰਾਹੀਂ। ਤੇ ਇਹ ਚੀਜ਼ਾਂ ਨੇ ਜਿਹੜੀਆਂ ਆਪਾਂ ਇਹ ਬੱਚਿਆਂ ਦੀ ਪ੍ਰਸਤਾਵਨਾ ਜਾਂ ਬੱਚਿਆਂ ਨੂੰ ਜਿਹੜੀ ਗਦ ਦੀ ਜਾਣਕਾਰੀ ਹੈ ਉਹਨਾਂ ਨੂੰ ਆਪਾਂ ਦੇ ਸਕਦੇ ਹਾਂ ਇਹਨਾਂ ਜਿਹੜੀਆਂ ਕੁਛ ਇੱਕ ਆਪਾਂ ਪੁਆਇੰਟਸ ਜਿਹੜੇ ਕੀਤੇ ਨੇ ਉਹਨਾਂ ਦੇ ਰਾਹੀਂ। ਤੇ ਅੱਗੇ ਆਪਾਂ ਗੱਲ ਕਰਾਂਗੇ ਕਿ ਇਹ ਆਪਾਂ ਜਿਹੜੀ ਹੈਗੀ ਆ ਪ੍ਰਸ਼ਨ ਉੱਤਰ ਵਿਧੀ ਦਾ ਇਸ ਵਿੱਚ ਕਿਵੇਂ ਯੂਜ਼ ਕਰ ਸਕਦੇ ਹਾਂ।
ਜਿਹੜੀ ਪ੍ਰਸ਼ਨ ਉੱਤਰ ਵਿਧੀ ਆ ਉਹਦੇ ਰਾਹੀਂ ਅਸੀਂ ਕਿਵੇਂ ਬੱਚਿਆਂ ਨੂੰ ਜਿਹੜੀ ਪ੍ਰੋਜ਼ ਦੀ ਸਿੱਖਿਆ ਉਹ ਦੇ ਸਕਦੇ ਹਾਂ। ਪ੍ਰਸ਼ਨ ਉੱਤਰ ਜਿਹੜੀ ਵਿਧੀ ਹੁੰਦੀ ਆ ਉਹਦੇ ਵਿੱਚ ਕੀ ਹੁੰਦਾ ਗਾ, ਬੱਚਿਆਂ ਨੂੰ ਕੁਝ ਪ੍ਰਸ਼ਨ ਪੁੱਛੇ ਜਾਂਦੇ ਨੇ ਤਾਂ ਬੱਚੇ ਜਿਹੜੇ ਉਸਦੀ ਉੱਤਰ ਉਹ ਦੇਣਗੇ। ਅਗਰ ਬੱਚੇ ਸਹੀ ਉੱਤਰ ਦੇ ਰਹੇ ਨੇ ਤਾਂ ਸਾਨੂੰ ਲੱਗਦਾ ਕਿ ਜਿਸ ਟੌਪਿਕ ਨੂੰ ਆਪਾਂ ਪੜ੍ਹਾਉਣਾ ਉਹਦਾ ਕਿੰਨਾ ਕੁ ਗਿਆਨ ਬੱਚਿਆਂ ਨੂੰ ਹੈ, ਤੇ ਅੱਗੇ ਆਪਾਂ ਜਿੰਨਾ ਗਿਆਨ ਬੱਚਿਆਂ ਨੂੰ ਹੈ ਅੱਗੇ ਆਪਾਂ ਉਸ ਤੋਂ ਅਗਲਾ ਗਿਆਨ ਆ ਜਿਹੜਾ ਉਹ ਬੱਚਿਆਂ ਨੂੰ ਦੇਣਾ ਸ਼ੁਰੂ ਕਰਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਉਦੇਸ਼ ਕਥਨ ਦੀ। ਆਪਣਾ ਜਿਹੜਾ ਥਰਡ ਪੁਆਇੰਟ ਆਉਂਦਾ ਗਾ ਉਦੇਸ਼ ਕਥਨ ਦੀ। ਉਦੇਸ਼ ਕਥਨ ਦਾ ਮਤਲਬ ਕੀ ਆ ਕਿ ਉਹਦੇ ਕੀ ਏਮ ਆ। ਆਪਾਂ ਉਦੇਸ਼ ਕਥਨ ਨੂੰ ਚੱਕ ਕੇ ਆਪਾਂ ਜਿਹੜਾ ਬੱਚਿਆਂ ਨੂੰ ਜਿਹੜਾ ਪ੍ਰੋਜ਼ ਆ ਉਹ ਟੀਚ ਕਰਵਾਵਾਂਗੇ, ਉਹਦਾ ਜਿਹੜਾ ਅਧਿਆਪਨ ਉਹ ਕਰਵਾਇਆ ਜਾਊਗਾ। ਪ੍ਰਸਤਾਵਨਾ ਦੇ ਅੰਤ ਵਿੱਚ ਹੀ ਬੱਚੇ ਨੂੰ ਜਿਹੜਾ ਉਦੇਸ਼ ਹੈ ਉਹਦਾ ਜਿਹੜਾ ਅਹਿਸਾਸ ਹੈ ਉਹ ਹੋ ਜਾਂਦਾ ਗਾ। ਉਦੇਸ਼ ਮਤਲਬ ਕਿ ਜੋ ਵਿਸ਼ਾ ਵਸਤੂ ਆਪਾਂ ਪੜ੍ਹ ਰਹੇ ਹਾਂ ਉਹਦਾ ਕੀ ਉਦੇਸ਼ ਹੈ, ਕਿਸ ਮੰਤਵ ਲਈ ਉਹ ਲਿਖਿਆ ਗਿਆ, ਕੀ ਸਾਨੂੰ ਉਹ ਤੋਂ ਜਿਹੜਾ ਮੈਸੇਜ ਉਹ ਮਿਲ ਰਿਹਾ ਹੈ। ਪਰੰਤੂ ਫਿਰ ਵੀ ਅਧਿਆਪਕ ਨੂੰ ਜਿਹੜਾ ਨਵੀਨ ਪਾਠ ਹੈ ਉਹਦੇ ਮੁੱਖ ਉਦੇਸ਼ ਨੂੰ ਸਪਸ਼ਟ ਕਰ ਦੇਣਾ ਚਾਹੀਦਾ। ਬੱਚਿਆਂ ਨੂੰ ਬੱਚੇ ਸਿਰਫ ਅਨੁਮਾਨ ਲਗਾ ਸਕਦੇ ਨੇ, ਪਰ ਜਿਹੜਾ ਅਧਿਆਪਕ ਉਹਨੂੰ ਇਹ ਚੀਜ਼ ਕਲੀਅਰ ਕਰ ਦੇਣੀ ਚਾਹੀਦੀ ਹੈ ਕਿ ਜਿਹੜਾ ਪਾਠ ਹੈ, ਜਿਹੜਾ ਮੂਲ ਪਾਠ ਆਪਾਂ ਜਿਹੜਾ ਵਿਸ਼ੇ ਆਪਾਂ ਪ੍ਰੋਪਰ ਕਰਨਾ ਉਹਦਾ ਜਿਹੜਾ ਉਦੇਸ਼ ਕੀ ਆ, ਕੀ ਉਹਦੇ ਏਮਸ ਨੇ। ਉਦੇਸ਼ ਦਾ ਸਪਸ਼ਟੀਕਰਨ ਹੋ ਜਾਣ ਨਾਲ ਜਿਹੜੇ ਬੱਚੇ ਹੈ ਉਹਨਾਂ ਨੂੰ ਜਿਹੜੇ ਆਪਾਂ ਗਿਆਨ ਦੇਣਾ, ਆਪਾਂ ਜਿਹੜਾ ਪ੍ਰੋਜ਼ ਸਮਝਾਉਣਾ ਉਹ ਕੀ ਆ ਉਹ ਇੱਕ ਸੌਖੇ ਤਰੀਕੇ ਨਾਲ ਸਮਝ ਆ ਜਾਊ, ਕਿਉਂਕਿ ਉਹਨੂੰ ਕੇਂਦਰੀ ਭਾਵ ਦਾ ਪਤਾ ਲੱਗ ਜੂ। ਜਿਸ ਗੱਲ ਬਾਰੇ ਉਹ ਕਹਾਣੀ ਪੂਰੀ ਰਚੀ ਗਈ ਹੈ, ਜਿਸ ਗੱਲ ਬਾਰੇ ਉਹ ਜਿਹੜਾ ਪੂਰਾ ਵਿਸ਼ੇ ਵਸਤੂ ਬਣਾਇਆ ਗਿਆ ਕਿ ਆਖਿਰ ਉਹ ਹੈ ਕੀ ਚੀਜ਼, ਤੇ ਬੱਚਿਆਂ ਵਿੱਚ ਜਿਹੜਾ ਇੰਟਰਸਟ ਹੈ ਪੜ੍ਹਨ ਲਈ ਉਹ ਪੈਦਾ ਹੋ ਜਾਊਗਾ। ਬੱਚੇ ਜਿਹੜੇ ਸੌਖੇ ਤਰੀਕੇ ਨਾਲ ਉਸਨੂੰ ਸਮਝ ਲੈਣਗੇ ਔਰ ਜਿਹੜਾ ਨਵਾਂ ਗਿਆਨ ਉਹ ਪ੍ਰਾਪਤ ਕਰ ਲੈਣਗੇ। ਔਰ ਇਸ ਤਰੀਕੇ ਨਾਲ ਜਿਹੜਾ ਪ੍ਰਾਪਤ ਗਿਆਨ ਹੁੰਦਾ ਗਾ ਉਹ ਜ਼ਿਆਦਾ ਟਾਈਮ ਤੱਕ ਜਿਹੜਾ ਰਹਿ ਸਕਦਾ ਹੈ। ਇਸ ਕਰਕੇ ਜਿਹੜਾ ਉਦੇਸ਼ ਕਥਨ ਹੈ ਉਹ ਕਲੀਅਰ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਅਧਿਆਪਕ ਲਈ ਅੱਗੇ ਆਪਾਂ ਗੱਲ ਕਰਦੇ ਹਾਂ ਪ੍ਰਸਤੁਤੀਕਰਨ ਦੀ, ਪੇਸ਼ਕਾਰੀ ਦੀ। ਪੇਸ਼ਕਾਰੀ ਦਾ ਮਤਲਬ ਹੈ ਕਿ ਗਦ ਦੇ ਪਾਠ ਦੇ ਆਮ ਤੌਰ ਤੇ ਜਿਹੜੇ ਉਹ ਲੰਬੇ ਹੁੰਦੇ ਨੇ। ਪ੍ਰੋਜ਼ ਦੀ ਜਿਹੜੀ ਆਪਾਂ ਕਹਿ ਦਈਏ ਕਿ ਏਰੀਆ ਕਹਿ ਦਈਏ ਤਾਂ ਉਹ ਕੀ ਹੈ ਕੁਝ ਜ਼ਿਆਦਾ ਹੁੰਦਾ ਰਾਦਰ ਦੈਨ ਕਿ ਪੋਇਮਸ। ਕਵਿਤਾ ਨਾਲੋਂ ਜਿਹੜਾ ਪ੍ਰੋਜ਼ ਹੈ ਉਹ ਜ਼ਿਆਦਾ ਸਫ਼ਿਆਂ ਤੇ ਲਿਖਿਆ ਹੁੰਦਾ ਗਾ, ਜ਼ਿਆਦਾ ਲੰਬਾਈ ਹੁੰਦੀ ਹੈ ਉਹਦੀ, ਤੇ ਇਸ ਲਈ ਉਹਨਾਂ ਨੂੰ ਭਾਵ ਦੀ ਸਮਾਨਤਾ ਤੇ ਦ੍ਰਿਸ਼ਟੀਕੋਣ ਤੋਂ ਦੋ ਜਾਂ ਵਧੇਰੇ ਖੰਡਾਂ ਵਿੱਚ ਵੰਡ ਲੈਣਾ ਚਾਹੀਦਾ ਹੈ। ਮਤਲਬ ਉਸਦੇ ਜਿਹੜੇ ਟੁਕੜੇ ਆ ਉਹ ਕਰ ਲੈਣੇ ਚਾਹੀਦੇ ਨੇ ਪੜ੍ਹਾਉਂਦੇ ਸਮੇਂ, ਕਿਉਂਕਿ ਕਈ ਵਾਰ ਕੀ ਹੁੰਦਾ ਗਾ ਕਿ ਜਿਹੜਾ ਕੇਂਦਰੀ ਭਾਵ ਹੈ ਉਹ ਵਿੱਚ ਵਿਚਾਲੇ ਜੇ ਦਿੱਤਾ ਹੁੰਦਾ, ਨਾ ਉਹ ਸਟਾਰਟਿੰਗ 'ਚ ਹੁੰਦਾ ਨਾ ਉਹ ਐਂਡ ਤੇ ਹੁੰਦਾ। ਇਸ ਕਰਕੇ ਜੇਕਰ ਆਪਾਂ ਉਹਨੂੰ ਕੰਟੀਨਿਊਟੀ ਵਿੱਚ ਪੜ੍ਹਦੇ ਜਾਵਾਂਗੇ ਤਾਂ ਕੀ ਆ ਉਹਦਾ ਬੱਚਿਆਂ ਨੂੰ ਜਿਹੜਾ ਉਦੇਸ਼ ਹੈ ਉਹ ਸਮਝ ਆਉਣ 'ਚ ਥੋੜ੍ਹੀ ਜਿਹੀ ਦਿੱਕਤ ਆਉਂਦੀ ਹੈ। ਤੇ ਇਸ ਕਰਕੇ ਪ੍ਰਸਤੁਤੀਕਰਨ ਵਿਸ਼ੇ ਵਸਤੂ ਦੀ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਉਹਨੂੰ ਨਾ ਜਿਹੜਾ ਪਾਠ ਵਿੱਚ ਡਿਵਾਈਡ ਕਰ ਲੈਣਾ ਚਾਹੀਦਾ ਹੈ, ਉਹਦੇ ਖੰਡ ਬਣਾ ਲੈਣੇ ਚਾਹੀਦੇ ਨੇ ਕਿ ਆਪਾਂ ਅੱਜ ਕਿੰਨਾ ਕਰਵਾਉਣਾ, ਕਿੰਨੇ ਜਿਹੜਾ ਪ੍ਰੋਜ਼ ਹੈ ਜਾਂ ਕਿੰਨਾ ਵਿਸ਼ੇ ਵਸਤੂ ਹੈ ਜਿਹਦੀ ਆਪਾਂ ਜਾਣਕਾਰੀ ਉਹ ਬੱਚਿਆਂ ਨੂੰ ਦੇਣੀ ਹੈ। ਤੇ ਇਸ ਦੀ ਜਿਹੜਾ ਢੰਗ ਤਰੀਕਾ, ਕਿਹੜੇ ਢੰਗ ਤਰੀਕੇ ਨਾਲ ਅਸੀਂ ਇਸ ਨੂੰ ਕੰਪਲੀਟ ਕਰ ਸਕਦੇ ਹਾਂ, ਕਿਹੜੇ ਢੰਗ ਤਰੀਕੇ ਨਾਲ ਅਸੀਂ ਬੱਚਿਆਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਸਮਝਾ ਸਕਦੇ ਹਾਂ। ਇਹ ਹੈਗਾ ਗਾ ਆਪਾਂ ਅਗਰ ਗੱਲ ਕਰੀਏ ਮੌਨ ਵਾਚਨ ਦੁਆਰਾ, ਅਧਿਆਪਕ ਦੇ ਜਿਹੜੇ ਪਾਠ ਦੁਆਰਾ, ਆਦਰਸ਼ ਵਾਚਨ ਹੋ ਗਿਆ, ਅਨੁਕਰਨ ਵਾਚਨ ਹੋ ਗਿਆ, ਮੌਨ ਪਾਠ ਹੋ ਗਿਆ ਜਾਂ ਸ਼ਬਦਾਂ ਦੇ ਅਰਥ ਦੁਆਰਾ। ਅੱਗੇ ਆਪਾਂ ਗੱਲ ਕਰਦੇ ਹਾਂ ਆਪਣਾ 5th ਪੁਆਇੰਟ ਹੈ ਆਦਰਸ਼ ਵਾਚਨ। ਆਦਰਸ਼ ਵਾਚਨ ਦਾ ਕੀ ਮਤਲਬ ਹੁੰਦਾ ਗਾ, ਇਹਦੇ ਵਿੱਚ ਅਧਿਆਪਕ ਦੁਆਰਾ ਜਿਹੜਾ ਵਾਚਨ ਕੀਤਾ ਜਾਂਦਾ ਗਾ ਉਹਦੇ ਪਿੱਛੇ ਪਿੱਛੇ ਜਿਹੜੇ ਵਿਦਿਆਰਥੀ ਨੇ ਉਹ ਬੋਲਦੇ ਨੇ, ਤੇ ਜਿੱਥੋਂ ਤੱਕ ਸੰਭਵ ਹੋ ਸਕੇ ਤੇ ਪਾਠ ਦਾ ਜਿਹੜਾ ਵਾਚਨ ਆ ਉਹ ਪ੍ਰਭਾਵਸ਼ਾਲੀ ਢੰਗ ਨਾਲ ਹੋ ਸਕੇ। ਅਧਿਆਪਕ ਨੂੰ ਇੱਥੇ ਜਿਹੜੀ ਭਾਵਾਂ ਦੀ ਜਾਣਕਾਰੀ ਦੇਣੀ ਚਾਹੀਦੀ ਹੈ, ਜਿਹੜਾ ਵਾਚਨ ਆ ਉਹ ਸ਼ੁੱਧ ਰੂਪ ਵਿੱਚ ਹੋਣਾ ਚਾਹੀਦਾ ਤਾਂ ਕਿ ਉਹਨਾਂ ਨੂੰ ਜਿਹੜੇ ਪ੍ਰੋਜ਼ ਦੇ ਉਦੇਸ਼ ਨੇ ਜਿਹੜਾ ਉਹਦਾ ਮੈਸੇਜ ਆ ਉਹ ਸਮਝ ਵਿੱਚ ਆ ਸਕੇ। ਅੱਗੇ ਆਪਾਂ ਗੱਲ ਕਰਦੇ ਹਾਂ ਅਨੁਕਰਨ ਵਾਚਨ। ਦੇਖੋ ਆਦਰਸ਼ ਵਾਚਨ ਕੀ ਹੁੰਦਾ ਗਾ, ਆਦਰਸ਼ ਵਾਚਨ ਅਧਿਆਪਕ ਦੁਆਰਾ ਪਾਠ ਪੜ੍ਹਿਆ ਜਾਂਦਾ ਗਾ। ਅਨੁਕਰਨ ਵਾਚਨ ਹੁੰਦਾ ਗਾ, ਅਨੁਕਰਨ ਹੁੰਦਾ ਜਿਹੜਾ ਅਧਿਆਪਕ ਦੇ ਪਿੱਛੇ ਪਿੱਛੇ ਬੋਲਣਾ, ਕਿਸੇ ਚੀਜ਼ ਦੀ ਜਿਹੜੀ ਕਾਪੀ ਕਰਨਾ। ਆਦਰਸ਼ ਵਾਚਨ ਤੋਂ ਬਾਅਦ ਵਾਰੀ ਆਉਂਦੀ ਆ ਅਨੁਕਰਨ ਵਾਚਨ ਦੀ, ਜਿਹੜੇ ਕਿ ਵਿਦਿਆਰਥੀ ਅਧਿਆਪਕ ਦੇ ਪਿੱਛੇ ਪਿੱਛੇ ਬੋਲਦੇ ਹਨ। ਇਸ ਕਰਕੇ ਅਧਿਆਪਕ ਨੂੰ ਚਾਹੀਦਾ ਕਿ ਉਹ ਵਾਚਨ ਕਲਾ ਵਿੱਚ ਨਿਪੁੰਨ ਹੋਵੇ, ਉਹਦੀ ਜਿਹੜੀ ਭਾਸ਼ਾ ਉਹ ਸ਼ੁੱਧ ਹੋਵੇ, ਉਹਦੀ ਜਿਹੜੀ ਪੜ੍ਹਨ ਦੀ ਗਤੀ ਉਹ ਦਰਮਿਆਨੀ ਹੋਵੇ, ਉਹਦੇ ਜਿਹੜਾ ਪੜ੍ਹਦੇ ਟਾਈਮ ਜਿਹੜੇ ਅਰਥ ਕਲੀਅਰ ਕਰਦੇ ਸਮੇਂ ਜਿਹੜਾ ਇੱਕ ਪ੍ਰੋਪਰ ਜਿਹੜਾ ਅੰਗਾਂ ਦਾ ਸੰਚਾਲਨ ਹੋਵੇ, ਉਹ ਨਾ ਹੀ ਬਹੁਤਾ ਜ਼ਿਆਦਾ ਹੋਵੇ ਨਾ ਹੀ ਬਹੁਤਾ ਘੱਟ ਹੋਵੇ, ਤੇ ਅਰਥ ਜਿਹੜੇ ਵਧੀਆ ਤਰੀਕੇ ਨਾਲ ਬੱਚੇ ਨੂੰ ਸਮਝ ਸਕੇ ਇੰਨੀ ਕੁ ਉਹ ਆਪਣੀ ਬੋਡੀ ਲੈਂਗੁਏਜ ਦਾ ਵੀ ਜਿਹੜਾ ਯੂਜ਼ ਕਰੇ ਤਾਂ ਕਿ ਕਰਨ ਵੇਲੇ ਜਿਹੜੇ ਬੱਚੇ ਨੇ
ਉਹ ਇੱਕ ਚੰਗੇ ਤਰੀਕੇ ਨਾਲ ਉਹਨੂੰ ਕਰਨ ਕਰ ਸਕਣ ਤੇ ਉਹਦਾ ਜਿਹੜਾ ਇੱਕ ਅਰਥ ਉਹ ਸਮਝ ਸਕਣ। ਅੱਗੇ ਆਪਾਂ ਗੱਲ ਕਰਦੇ ਹਾਂ ਵਿਆਖਿਆ ਵਿਧੀ ਦੀ। ਦੇਖੋ ਵਿਆਖਿਆ ਵਿਧੀ ਪਹਿਲਾਂ ਕਵਿਤਾ ਵਿੱਚ ਵੀ ਆਈ ਸੀਗੀ ਕਿ ਕਵਿਤਾ ਵਿੱਚ ਵੀ ਵਿਆਖਿਆ ਵਿਧੀ ਬਹੁਤ ਹੀ ਜ਼ਿਆਦਾ ਲਾਭਦਾਇਕ ਦੱਸੀ ਗਈ ਸੀ ਕਵਿਤਾ ਦੇ ਅਰਥ ਸਮਝਾਉਣ ਨੂੰ। ਉਸੇ ਤਰ੍ਹਾਂ ਹੀ ਇਹ ਜਿਹੜਾ ਆਪਣਾ ਇੱਕ ਪ੍ਰੋਜ਼ ਵਿੱਚ ਆਉਂਦੀ ਹੈ। ਵਿਆਖਿਆ ਦਾ ਮਤਲਬ ਇਹ ਹੁੰਦਾ ਗਾ ਕਿ ਜਿੱਥੇ ਤੁਹਾਨੂੰ ਜਿਹੜੀ ਚੀਜ਼ ਨਹੀਂ ਸਮਝ ਆ ਰਹੀ ਉਸ ਲਾਈਨ ਦੀ ਸ਼ਬਦਾਂ ਦੀ ਉਸ ਲਾਈਨ ਦੇ ਅੱਖਰਾਂ ਦੀ ਜਿਹੜੀ ਵਿਆਖਿਆ ਕੀਤੀ ਜਾਵੇ ਤਾਂ ਇਹਨੂੰ ਆਪਾਂ ਵੰਡ ਸਕਦੇ ਹਾਂ। ਜਿਵੇਂ ਸ਼ਬਦਾਂ ਦੀ ਵਿਆਖਿਆ ਉਹ ਕੀਤੀ ਜਾਵੇ, ਜਿਹੜੇ ਵੱਡੇ ਸ਼ਬਦ ਨੇ ਵਿਸਤ੍ਰਿਤ ਸ਼ਬਦ ਹੁੰਦੇ ਨੇ ਬੱਚਿਆਂ ਨੂੰ ਪੜ੍ਹਨੇ ਔਖੇ ਉਹ ਜਿਹੜੇ ਸ਼ਬਦ ਨੇ ਉਹਨਾਂ ਨੂੰ ਜਿਹੜਾ ਤੋੜ ਕੇ ਉਹਨਾਂ ਦੇ ਟੁਕੜੇ ਕਰਕੇ ਉਸ ਜਿਹੜੇ ਸ਼ਬਦ ਦੇ ਅਰਥ ਸਮਝਾਏ ਜਾਣ ਤੇ ਉਹਨਾਂ ਵਿੱਚ ਜਿਹੜਾ ਕੁਝ ਚਿੱਤਰ ਨੇ ਕੁਝ ਜਿਹੜੇ ਇਹੋ ਜਿਹੇ ਹੋਰ ਐਕਸਟਰਾ ਮਾਰਕਰ ਹੁੰਦੇ ਨੇ ਉਹਨਾਂ ਦੇ ਰਾਹੀਂ ਅਸੀਂ ਵਿਆਖਿਆ ਕਰ ਸਕਦੇ ਹਾਂ ਹੈ। ਔਰ ਉਸ ਤੋਂ ਬਾਅਦ ਕੀ ਆਪਾਂ ਜਿਹੜੇ ਸ਼ਬਦ ਨੇ ਉਹਨਾਂ ਦੇ ਹੋਰ ਮੀਨਿੰਗ ਦੱਸ ਕੇ ਉਹਨਾਂ ਦੇ ਸਮਾਨਾਰਥੀ ਸ਼ਬਦ ਦੱਸ ਕੇ ਜਾਂ ਫਿਰ ਉਹਨਾਂ ਦੇ ਵਿਰੋਧੀ ਸ਼ਬਦ ਦੱਸ ਕੇ ਕੀ ਉਹਨਾਂ ਚੀਜ਼ਾਂ ਦੀ ਜਿਹੜੀ ਵਿਆਖਿਆ ਉਹ ਕੀਤੀ ਜਾ ਸਕਦੀ ਹੈ। ਇਸ ਲਈ ਜਿਹੜੀ ਵਿਆਖਿਆ ਵਿਧੀ ਆ ਉਹ ਵੀ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਕੁਝ ਸਮਝਾਉਣ ਲਈ ਬਹੁਤ ਹੀ ਜ਼ਿਆਦਾ ਜਿਹੜੀ ਲਾਹੇਵੰਦ ਸਾਬਿਤ ਹੁੰਦੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਮੁਹਾਵਰਿਆਂ ਦੀ। ਮੁਹਾਵਰਿਆਂ ਦੀ ਵਿਆਖਿਆ ਕਰਕੇ ਮੁਹਾਵਰਿਆਂ ਦੀ ਵਿਆਖਿਆ ਦੱਸ ਕੇ ਕਿਉਂਕਿ ਦੇਖੋ ਜਿਹੜੇ ਮੁਹਾਵਰੇ ਹੁੰਦੇ ਨੇ ਹਨਾ ਤਾਂ ਉਹ ਹਰ ਇੱਕ ਬੱਚੇ ਨੂੰ ਨਹੀਂ ਸਮਝ ਆਉਂਦੇ। ਉਹਨਾਂ ਦਾ ਜਿਹੜਾ ਅਗਰ ਆਪਾਂ ਲਿਖ ਕੇ ਉਹਨੂੰ ਪੜ੍ਹੀਏ ਤਾਂ ਉਹਨਾਂ ਦਾ ਮਤਲਬ ਆਪਾਂ ਨੂੰ ਕੁਝ ਹੋਰ ਲੱਗਦਾ ਗਾ ਤੇ ਜਦੋਂ ਆਪਾਂ ਉਹਦੇ ਸਹੀ ਅਰਥ ਕੱਢਦੇ ਹਾਂ ਤਾਂ ਜਿਹੜਾ ਉਹਦਾ ਮਤਲਬ ਹੁੰਦਾ ਗਾ ਉਹ ਕੁਝ ਹੋਰ ਹੁੰਦਾ ਗਾ। ਇਸ ਕਰਕੇ ਅਧਿਆਪਕ ਨੂੰ ਚਾਹੀਦਾ ਕਿ ਉਹ ਜਿਹੜੇ ਮੁਹਾਵਰਿਆਂ ਦੀ ਵਰਤੋਂ ਕੀਤੀ ਗਈ ਉਹ ਮੁਹਾਵਰਿਆਂ ਦੀ ਜਿਹੜੀ ਵਿਆਖਿਆ ਉਹ ਚੰਗੀ ਤਰ੍ਹਾਂ ਬੱਚਿਆਂ ਨੂੰ ਸਮਝਾਈ ਜਾਵੇ। ਅਗਰ ਆਪਾਂ ਹੁਣ ਗੱਲ ਕਰਦੇ ਹਾਂ ਕਿ ਇੱਥੇ ਕੋਈ ਮੁਹਾਵਰਾ ਦਿੱਤਾ ਹੋਇਆ ਗਾ ਉੱਥੇ ਜਿਵੇਂ ਕਿ ਉੱਚੀ ਦੁਕਾਨ ਫਿੱਕਾ ਪਕਵਾਨ। ਹੁਣ ਇਹ ਮੁਹਾਵਰਾ ਆਪਾਂ ਪੜ੍ਹਦੇ ਹਾਂ ਕਿ ਉੱਚੀ ਦੁਕਾਨ ਤੇ ਫਿੱਕਾ ਪਕਵਾਨ ਕਿ ਸ਼ਾਇਦ ਉੱਥੇ ਜਿਹੜੇ ਪਕਵਾਨ ਬਣਦੇ ਨੇ ਉਹ ਫਿੱਕੇ ਹੋਣ ਪਰ ਉਹਦਾ ਮਤਲਬ ਕਿ ਜਿਵੇਂ ਹੁੰਦਾ ਕਿ ਦਿਖਾਵਾ ਵੱਧ ਹੋਣਾ ਹਨਾ ਤੇ ਜਿੰਨੇ ਦਿਖਾਵਾ ਕਰਦਾ ਕਿ ਉਨੇ ਬੰਦੇ ਦੀ ਔਕਾਤ ਨਹੀਂ ਹੋਣੀ। ਤਾਂ ਇਸ ਕਰਕੇ ਕਿ ਉਹਨਾਂ ਚੀਜ਼ਾਂ ਦੀ ਜਿਹੜੀ ਵਿਆਖਿਆ ਕਰਨੀ ਉਹ ਜ਼ਰੂਰੀ ਹੈ ਤਾਂ ਕਿ ਜੋ ਬੱਚਾ ਪੜ੍ਹ ਰਿਹਾ ਗਾ ਵਿਦਿਆਰਥੀ ਜੋ ਪੜ੍ਹ ਰਿਹਾ ਉਹਦਾ ਜਿਹੜਾ ਮਤਲਬ ਹੈ ਉਹ ਬੱਚੇ ਨੂੰ ਚੰਗੀ ਤਰ੍ਹਾਂ ਤੇ ਸਹੀ ਰੂਪ ਵਿੱਚ ਜਿਹੜਾ ਪਤਾ ਲੱਗ ਜਾਵੇ। ਅੱਗੇ ਆਪਾਂ ਗੱਲ ਕਰਦੇ ਹਾਂ ਮੌਨ ਪਾਠ ਦੀ। ਮੌਨ ਪਾਠ ਦੇਖੋ ਜਿਹੜਾ ਆਦਰਸ਼ ਵਾਚਨ ਆ ਜਾਂ ਫਿਰ ਅਨੁਕਰਨ ਵਾਚਨ ਹੈਗਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਮੌਨ ਪਾਠ ਦੀ। ਮੌਨ ਪਾਠ ਉਦੋਂ ਸੰਭਵ ਹੁੰਦਾ ਜਦੋਂ ਬੱਚਾ ਇੱਕ ਵਾਚਨ ਸ਼ੁੱਧ ਤਰੀਕੇ ਨਾਲ ਕਰਨਾ ਸਿੱਖ ਜਾਂਦਾ, ਵਧੀਆ ਤਰੀਕੇ ਨਾਲ ਜਦੋਂ ਵਾਚਨ ਕਰਨਾ ਸਿੱਖ ਜਾਂਦਾ, ਉੱਚੀ ਪਾਠ ਕਰਨਾ ਸਿੱਖ ਜਾਂਦਾ ਉਸ ਤੋਂ ਬਾਅਦ ਉਹਨੂੰ ਅਭਿਆਸ ਕਰਨਾ ਪੈਂਦਾ ਮੌਨ ਪਾਠ ਦਾ। ਮੌਨ ਪਾਠ ਨਾਲ ਜਿਹੜਾ ਬੱਚਾ ਹੈਗਾ ਉਹ ਜਿਹੜੇ ਅਰਥ ਉਹ ਜਲਦੀ ਕਲੀਅਰ ਕਰ ਸਕਦਾ ਹੈਗਾ। ਉਹ ਆਪਦੀਆਂ ਜਿਹੜੀਆਂ ਪੜ੍ਹੀਆਂ ਗਈਆਂ ਚੀਜ਼ਾਂ ਨੇ ਉਹ ਲੰਬੇ ਸਮੇਂ ਤੱਕ ਯਾਦ ਰੱਖ ਸਕਦਾ। ਉਹਦੇ ਵਿੱਚ ਉਹਦੀ ਜਿਹੜੀ ਐਨਰਜੀ ਆ ਜਿਹੜੀ ਉਹਦੀ ਤਾਕਤ ਹੈ ਉਹਦਾ ਜਿਹੜਾ ਸਮਾਂ ਉਹ ਵੀ ਘੱਟ ਲੱਗਦਾ ਗਾ ਤੇ ਮੌਨ ਪਾਠ ਨਾਲ ਜਿਹੜੇ ਬੱਚੇ ਆ ਕੀਤੇ ਗਏ ਕੰਮ ਨੂੰ ਜ਼ਿਆਦਾ ਟਾਈਮ ਤੱਕ ਯਾਦ ਰੱਖ ਸਕਦੇ ਨੇ। ਇਸ ਕਰਕੇ ਜਿਹੜਾ ਮੌਨ ਪਾਠ ਉਹਦੀ ਪ੍ਰੈਕਟਿਸ ਕਰਵਾਉਣੀ ਵੀ ਬੱਚਿਆਂ ਨੂੰ ਲਾਜ਼ਮੀ ਬਣਦੀ ਆ। ਅੱਗੇ ਆਪਾਂ ਗੱਲ ਕਰਦੇ ਹਾਂ ਬੋਧ ਭਾਸ਼ਣ ਦੀ। ਕਿ ਬੱਚਿਆਂ ਨੂੰ ਜਿਹੜੇ ਬੋਧ ਭਾਸ਼ਣ ਨੇ ਉਹ ਵੀ ਕਰਾਉਣੇ ਬਹੁਤ ਜ਼ਰੂਰੀ ਨੇ। ਬੋਧ ਭਾਸ਼ਣ ਕਰਨ ਦਾ ਪ੍ਰਮੁੱਖ ਉਦੇਸ਼ ਇਹ ਪਤਾ ਲਗਾਉਣਾ ਹੈ ਕਿ ਵਿਦਿਆਰਥੀ ਪਾਠ ਸਮੱਗਰੀ ਚੰਗੀ ਤਰ੍ਹਾਂ ਸਮਝ ਵੀ ਰਹੇ ਨੇ ਜਾਂ ਨਹੀਂ। ਪੜ੍ਹਾਉਂਦੇ ਅਧਿਆਪਕ ਨੂੰ ਚਾਹੀਦਾ ਕਿ ਉਹ ਬੱਚਿਆਂ ਤੋਂ ਵਿੱਚ ਜਿਹੜੀ ਕੁਐਸਚਨਿੰਗ ਉਹ ਕਰਦਾ ਰਹੇ, ਬੱਚਿਆਂ ਤੋਂ ਵਿੱਚ ਜਿਹੜੇ ਪ੍ਰਸ਼ਨ ਨੇ ਉਹ ਪੁੱਛਦਾ ਰਹੇ ਤਾਂ ਕਿ ਆਈਡੀਆ ਲਾ ਸਕੇ ਕਿ ਬੱਚਿਆਂ ਦਾ ਧਿਆਨ ਪੜ੍ਹਨ ਵਿੱਚ ਹੈ ਜਾਂ ਨਹੀਂ। ਅਗਰ ਪੜ੍ਹਨ ਵਿੱਚ ਹੈ ਤਾਂ ਉਹ ਜੋ ਕੁਝ ਪੜ੍ਹ ਰਹੇ ਨੇ ਉਹ ਕਿੰਨਾ ਕੁ ਸਮਝ ਰਹੇ ਨੇ। ਇਸ ਕਰਕੇ ਜਿਹੜੇ ਵਿਦਿਆਰਥੀ ਹੈ ਉਹਨਾਂ ਤੋਂ ਜਿਹੜੇ ਬੋਧ ਭਾਸ਼ਣ ਨੇ ਉਹ ਪੁੱਛਣੇ ਵੀ ਬਹੁਤ ਜ਼ਿਆਦਾ ਜ਼ਰੂਰੀ ਹਨ। ਅੱਗੇ ਆਪਾਂ ਗੱਲ ਕਰਦੇ ਹਾਂ ਨਿਰੀਖਣ ਕਾਰਜ ਦੀ। ਨਿਰੀਖਣ ਕਾਰਜ ਬੱਚਿਆਂ ਨੂੰ ਆਬਜ਼ਰਵ ਕੀਤਾ ਜਾਵੇ, ਬੱਚਿਆਂ ਦੀ ਆਬਜ਼ਰਵੇਸ਼ਨ ਕੀਤੀ ਜਾਵੇ। ਬੋਧ ਭਾਸ਼ਣ ਪੁੱਛਣ ਤੋਂ ਬਾਅਦ ਬੱਚਿਆਂ ਦਾ ਨਿਰੀਖਣ ਕਰਨ ਲਈ ਅਸੀਂ ਬੱਚਿਆਂ ਨੂੰ ਬਲੈਕ ਬੋਰਡ ਤੇ ਲਿਖਣ ਲਈ ਵੀ ਕਹਿ ਸਕਦੇ ਹਾਂ। ਉਹਨਾਂ ਨੂੰ ਜੋ ਕੁਝ ਵੀ ਪੜ੍ਹਾਇਆ ਗਿਆ ਉਹਨਾਂ ਵਿੱਚ ਆਪਾਂ ਕੁਝ ਪ੍ਰਸ਼ਨ ਪੁੱਛ ਕੇ ਜਾਂ ਕੁਝ ਸ਼ਬਦਾਂ ਦੇ ਅਰਥ ਵਗੈਰਾ ਪੁੱਛ ਕੇ ਆਪਾਂ ਕੀ ਬੱਚੇ ਨੂੰ ਕਹਿ ਸਕਦੇ ਹਾਂ ਕਿ ਤੁਸੀਂ ਸਾਨੂੰ ਬਲੈਕ ਬੋਰਡ ਤੇ ਲਿਖ ਕੇ ਦਿਖਾਓ ਕਿ ਤੁਸੀਂ ਹੁਣ ਤੱਕ ਕੀ ਪੜ੍ਹਿਆ ਜਾਂ ਕੀ ਸਮਝਿਆ ਹੈਗਾ। ਤੇ ਉਹਦੇ ਜਿਹੜੇ ਕਾਰਜ ਦਾ ਜਿਹੜਾ ਨਿਰੀਖਣ ਹੈ ਅਧਿਆਪਕ
ਕੋਲ ਜਾ ਕੇ ਉਹਦੇ ਕਰ ਸਕਦਾ ਗਾ। ਅਧਿਆਪਕ ਬਲੈਕ ਬੋਰਡ ਤੇ ਲਿਖਾ ਕੇ ਬੱਚੇ ਦਾ ਜਿਹੜਾ ਨਿਰੀਖਣ ਆ ਪੜ੍ਹਾਏ ਗਏ ਪਾਠ ਦਾ ਉਹ ਕਰ ਸਕਦਾ ਗਾ। ਅੱਗੇ ਆਪਾਂ ਗੱਲ ਕਰਦੇ ਹਾਂ ਪ੍ਰਯੋਗ ਜਾਂ ਦੁਹਰਾਈ। ਪ੍ਰਯੋਗ ਜਾਂ ਦੁਹਰਾਈ। ਪ੍ਰਯੋਗ ਜਾਂ ਦੁਹਰਾਈ ਦੀ ਗੱਲ ਕਰਾਂਗੇ ਕਿ ਜਦੋਂ ਆਪਾਂ ਬੱਚਿਆਂ ਨੂੰ ਪੜ੍ਹਾ ਰਹੇ ਹਾਂ, ਬੱਚਿਆਂ ਨੂੰ ਆਪਾਂ ਸਭ ਕੁਝ ਕਲੀਅਰ ਕਰਤਾ, ਜਿਹੜੀ ਪੂਰਾ ਵਿਸ਼ਾ ਵਸਤੂ ਸੀਗਾ ਆਪਾਂ ਉਹਦੇ ਬਾਰੇ ਦੱਸਤਾ, ਤੇ ਬੱਚਿਆਂ ਦਾ ਆਪਾਂ ਉਹਨਾਂ ਤੋਂ ਕੁਝ ਕੁਐਸਚਨਿੰਗ ਵੀ ਕਰ ਲਈ, ਉਹਨਾਂ ਨੂੰ ਵਿਆਖਿਆ ਕਰਕੇ ਵੀ ਦੱਸਤੀ, ਕੁਝ ਪ੍ਰਸ਼ਨ ਵੀ ਪੁੱਛ ਲਏ। ਉਸ ਤੋਂ ਬਾਅਦ ਕੀ ਆ, ਬੱਚਿਆਂ ਦੇ ਦਿਮਾਗ ਵਿੱਚ ਜਿਹੜਾ ਦਿੱਤਾ ਗਿਆ ਗਿਆਨ ਆ ਉਹਨੂੰ ਸਥਿਰ ਕਰਨ ਵਾਸਤੇ ਆਪਾਂ ਬੱਚਿਆਂ ਨੂੰ ਦੁਹਰਾਈ ਕਰਨ ਵਾਸਤੇ ਕਹਿ ਸਕਦੇ ਹਾਂ। ਵਿਦਿਆਰਥੀਆਂ ਨੂੰ ਇਸ ਲਈ ਜਿਹੜਾ ਗ੍ਰਹਿ ਕਾਰਜ ਆ ਉਹ ਵੀ ਦਿੱਤਾ ਜਾ ਸਕਦਾ, ਔਰ ਦੂਸਰੇ ਦਿਨ ਕਿ ਬੱਚਿਆਂ ਦਾ ਜਿਹੜਾ ਗ੍ਰਹਿ ਕਾਰਜ ਦਿੱਤਾ ਗਿਆ ਉਹਨੂੰ ਚੈੱਕ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿ ਬੱਚਿਆਂ ਨੇ ਉਹ ਜਿਹੜਾ ਗ੍ਰਹਿ ਕਾਰਜ ਹੈ ਉਹ ਕੀਤਾ ਵੀ ਹੈ ਜਾਂ ਸਿਰਫ ਤੁਸੀਂ ਗ੍ਰਹਿ ਕਾਰਜ ਦੇ ਦਿੱਤਾ ਹੈ, ਉਹਨਾਂ ਨੇ ਸੁਣ ਲਿਆ ਕਿ ਅਸੀਂ ਕਰ ਲਾਂਗੇ ਬਟ ਉਹਦੇ ਉੱਤੇ ਕੋਈ ਅਮਲ ਨਹੀਂ ਕੀਤਾ। ਇਸ ਕਰਕੇ ਜਿਹੜਾ ਪ੍ਰਯੋਗ ਜਾਂ ਆਪਾਂ ਦੁਹਰਾਈ ਦੀ ਗੱਲ ਕਰਦੇ ਹਾਂ ਉਹਦੇ ਉੱਤੇ ਵੀ ਅਧਿਆਪਕ ਦੁਆਰਾ ਸਮੇਂ-ਸਮੇਂ ਸਿਰ ਜਿਹੜੀ ਗੌਰ ਕੀਤੀ ਜਾਣੀ ਜ਼ਰੂਰੀ ਹੈ। ਤਾਂ ਇਹ ਸੀ ਆਪਣਾ ਅੱਜ ਦਾ ਟੌਪਿਕ ਮੈਥਡਸ ਆਫ ਟੀਚਿੰਗ ਆਫ ਪ੍ਰੋਜ਼। ਕਿ ਪ੍ਰੋਜ਼ ਕੀ ਹੁੰਦਾ, ਉਹਨੂੰ ਅਸੀਂ ਕਿਹੜੇ-ਕਿਹੜੇ ਤਰੀਕੇ ਨਾਲ ਜਿਹੜਾ ਪੜ੍ਹਾ ਸਕਦੇ ਹਾਂ। ਤਾਂ ਆਪਾਂ ਕੁਝ ਪੁਆਇੰਟ ਕੀਤੇ ਨੇ, ਪੂਰਵ ਗਿਆਨ ਕੀਤਾ, ਪ੍ਰਸਤਾਵਨਾ ਜਾਂ ਜਾਣ ਪਛਾਣ ਦੀ ਗੱਲ ਕੀਤੀ, ਸਮੱਸਿਆ ਪੈਦਾ ਕਰਕੇ ਜਿਹੜਾ ਪ੍ਰਸਤਾਵਨਾ ਦੇ ਅੰਦਰ ਆਉਂਦਾ ਲੇਖਕ ਦੇ ਸੰਬੰਧ ਵਿੱਚ, ਪੂਰਵ ਕਥਾ ਦੇ ਮਾਧਿਅਮ ਨਾਲ, ਪ੍ਰਸ਼ਨ ਉੱਤਰ ਮਾਧਿਅਮ ਰਾਹੀਂ। ਫਿਰ ਆਪਾਂ ਕੀਤਾ ਕਿ ਉਦੇਸ਼ ਕਥਨ ਰਾਹੀਂ ਆਪਾਂ ਪੇਸ਼ਕਾਰੀ ਕਿਸੇ ਚੀਜ਼ ਨੂੰ ਪੇਸ਼ ਕਰਕੇ, ਫਿਰ ਆਦਰਸ਼ ਵਾਚਨ ਅਧਿਆਪਕ ਦੁਆਰਾ ਕਰਕੇ, ਅਨੁਕਰਨ ਵਾਚਕ ਵਿਦਿਆਰਥੀਆਂ ਦੁਆਰਾ ਕਰਕੇ, ਵਿਆਖਿਆ ਕਰਕੇ, ਖਾਸ ਕਰਕੇ ਮੁਹਾਵਰਿਆਂ ਦੀ ਵਿਆਖਿਆ ਜਾਂ ਵਾਕਾਂਸ਼ਾਂ ਦੀ ਵਿਆਖਿਆ ਕਰਕੇ, ਮੌਨ ਪਾਠ ਦੁਆਰਾ ਬੋਧ ਪ੍ਰਸ਼ਨ ਪੁੱਛ ਕੇ, ਨਿਰੀਖਣ ਕਾਰਜ ਕਰਕੇ ਤੇ ਦੁਹਰਾਈ ਜਾਂ ਫਿਰ ਗ੍ਰਹਿ ਕਾਰਜ ਬੱਚਿਆਂ ਨੂੰ ਦੇ ਕੇ ਅਸੀਂ ਬੱਚੇ ਦੀ ਜਿਹੜੀ ਆਪਾਂ ਕੋਈ ਵਿਸ਼ਾ ਵਸਤੂ ਕਰਵਾਇਆ ਜਾਂ ਫਿਰ ਪ੍ਰੋਜ਼ ਨੂੰ ਜੋ ਅਧਿਆਪਨ ਕੀਤਾ ਉਹਦੀ ਜਿਹੜੀ ਜਾਣਕਾਰੀ ਆਪਾਂ ਬੱਚਿਆਂ ਨੂੰ ਕਿੰਨੀ ਕੁ ਸਮਝ ਆ ਗਈ ਉਸਦੀ ਆਪਾਂ ਗੱਲ ਕਰ ਸਕਦੇ ਹਾਂ, ਉਸਦਾ ਜਿਹੜਾ ਆਪਾਂ ਪਤਾ ਲਾ ਸਕਦੇ ਹਾਂ। ਤੇ ਅੱਜ ਦੇ ਲੈਕਚਰ ਵਿੱਚ ਆਪਣਾ ਇਹਨਾਂ ਦੀ ਜਿਹੜਾ ਨੈਕਸਟ ਟੌਪਿਕ ਆਪਾਂ ਨੈਕਸਟ ਲੈਕਚਰ ਵਿੱਚ ਕਰਾਂਗੇ। ਅੱਜ ਦਾ ਲੈਕਚਰ ਆਪਣਾ ਇੱਥੇ ਕੰਪਲੀਟ ਹੁੰਦਾ ਹੈ। ਧੰਨਵਾਦ।